ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਪੰਜਾਬ ਦੇ ਜਾਂ ਓਵਰਆਲ ਦੇਖੀਏ, ਜਦੋਂ ਵੱਡਾ ਪੰਜਾਬ ਹੁੰਦਾ ਸੀ ਤਾਂ ਤੰਦਰੁਸਤੀ ਸਾਡਾ ਰਾਜ, ਸਾਡੀ ਸ਼ਖਸੀਅਤ ਦੇ ਵਿੱਚ ਝਲਕਦੀ ਸੀ। ਅੱਜ ਦਿਲ ਫੇਲ ਹੋ ਗਿਆ, ਸੁੱਤਾ ਬੰਦਾ ਰਹਿ ਜਾਂਦਾ ਹੈ। ਬਹੁਤ ਸਾਰੀਆਂ ਚੀਜ਼ਾਂ ਨਵੀਆਂ ਮੈਡੀਕਲ ਸਾਇੰਸ ਨੇ ਵਿੱਚ ਲੈ ਕੇ ਆਉਂਦੀਆਂ, ਜਿਵੇਂ ਸਟੰਟ ਹੋ ਗਿਆ, ਬਲੋਕੇਜ ਆ ਗਈ। ਇਹ ਹੁਣ ਸ਼ਬਦ ਆਯਾਤ ਹੋਏ ਨੇ। ਇਹ ਕਿਉਂ ਹੋ ਰਿਹਾ ਇਸ ਤਰ੍ਹਾਂ? ਕੋਈ ਏਜ ਲਿਮਿਟ ਨਹੀਂ ਹੈ, ਛੋਟੇ ਵੱਡੇ ਸਾਰੇ ਇੱਕੇ ਤਹਿਤ ਜਾ ਰਹੇ ਨੇ। ਮੇਰੇ ਨਾਲ ਡਾਕਟਰ HK ਬਾਲੀ ਮੌਜੂਦ ਨੇ, ਜਿਹੜੇ ਪਾਰਸ ਹਸਪੀਟਲ ਪੰਚਕੂਲਾ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਨੇ। ਸਟੰਟ ਦਾ ਵੀ ਇਹਨਾਂ ਦਾ ਲੰਬਾ ਤਜਰਬਾ, 15,000 ਤੋਂ ਉੱਪਰ ਇਹਨਾਂ ਨੇ ਮਰੀਜ਼ਾਂ ਨੂੰ ਜਿਹੜਾ ਠੀਕ ਕੀਤਾ ਹੈ। ਕੀ ਕਾਰਨ ਹੈ, ਕਿਉਂ, ਅਤੇ ਪਰਹੇਜ਼ ਕੀ ਕਰਨਾ ਚਾਹੀਦਾ? ਕਿੱਥੇ ਆ ਕੇ ਸਾਨੂੰ ਇਸ ਤਰ੍ਹਾਂ ਦੀ ਸਟੰਟਿੰਗ ਜਿਹੜੀ ਹੈ ਜੀ ਉਹ ਕਰਾਉਣੀ ਚਾਹੀਦੀ ਹੈ, ਅਤੇ ਦਿਲ ਦੇ ਹਾਲਾਤ ਠੀਕ ਰੱਖਣ ਲਈ ਅਤੇ ਦਿਲ ਨਾਲ ਕਿਸ ਤਰ੍ਹਾਂ ਬਿਹੇਵੀਅਰ ਸਾਡਾ ਚਾਹੀਦਾ? ਸਭ ਤੋਂ ਪਹਿਲਾਂ ਕਰਦੇ ਸਵਾਗਤ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਸਾਰਾ ਸੁਣਨ ਵਾਲਿਆਂ ਨੂੰ ਮੇਰਾ ਬਹੁਤ ਬਹੁਤ ਧੰਨਵਾਦ ਮੈਨੂੰ ਬੁਲਾਉਣ ਦਾ ਇਸ ਸ਼ੋਅ 'ਤੇ। ਡਾਕਟਰ ਸਾਹਿਬ, ਇਸ ਵਕਤ ਓਵਰਆਲ ਹਾਲਾਤ ਕੀ ਹੈ? ਦਿਲ 'ਚ ਇੰਨੀਆਂ ਸਮੱਸਿਆਵਾਂ ਕਿਉਂ ਆ ਰਹੀਆਂ, ਇੰਨੀ ਬਲੋਕੇਜ ਕਿਉਂ ਆ ਰਹੀ ਹੈ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ ਕਿ ਸਾਡੀ ਕੰਟਰੀ 'ਚ ਜੀ, ਸਾਡੇ ਪੰਜਾਬ 'ਚ ਨਹੀਂ, ਕੰਟਰੀ ਵਿੱਚ ਵੀ ਜੀ ਇਹ ਬਿਮਾਰੀਆਂ ਬੜੀਆਂ ਵੱਧ ਗਈਆਂ। ਹਾਰਟ ਦੀ ਬਿਮਾਰੀ ਵੱਧ ਗਈ ਹੈ ਜੀ, ਔਰ ਇਹ ਬੇਸਿਕਲੀ ਲਾਈਫ ਸਟਾਈਲ ਡਿਜ਼ੀਜ਼ ਹੈ ਜੀ, ਕਿ ਸਾਡਾ ਜਿਹੜਾ ਜਿਸ ਤਰੀਕੇ ਦਾ ਅਸੀਂ ਆਪਣਾ ਜੀਵਨ ਜੀਂਦੇ ਹਾਂ, ਜੀ, ਚਾਹੇ ਖਾਣ ਪਾਨ ਹੈ, ਚਾਹੇ ਐਕਸਰਸਾਈਜ਼ ਐਕਟੀਵਿਟੀ ਨਹੀਂ ਕਰਨਾ ਹੈ, ਜਾਂ ਸਟ੍ਰੈਸ ਲੈਵਲ ਵਧਣਾ ਹੈ, ਉਹ ਸਾਰਿਆਂ ਕਰਕੇ ਇਹ ਬਿਮਾਰੀਆਂ ਵੱਧ ਰਹੀਆਂ। ਸਟ੍ਰੈਸ ਲੈਵਲ ਵੀ ਇੱਕ ਮੇਜਰ ਕਾਰਨ ਹੈਗਾ ਵਿੱਚ, ਬਹੁਤ ਵੱਡਾ ਮੇਜਰ ਕਾਰਨ ਹੈ। ਔਰ ਸਟ੍ਰੈਸ ਬਿਲਕੁਲ ਛੋਟੇ ਬੱਚੇ ਤੋਂ ਲੈ ਕੇ ਅੱਜ ਕੱਲ੍ਹ ਸਟ੍ਰੈਸ ਹੈ। ਜੀ, ਉਹਨਾਂ ਤੋਂ ਪੜ੍ਹਾਈ ਦਾ ਸਟ੍ਰੈਸ ਹੈ, ਜਿਸ ਤਰ੍ਹਾਂ ਅਸੀਂ ਗਰੋ ਕਰਦੇ ਹਾਂ, ਫਿਰ ਉਹਦੇ ਬਾਅਦ ਪ੍ਰੋਫੈਸ਼ਨ ਦਾ ਸਟ੍ਰੈਸ ਆਉਂਦਾ। ਜੀ, ਅਸੀਂ ਚਾਹੁੰਦੇ ਹਾਂ ਕਿ ਸਾਰੀ ਚੀਜ਼ਾਂ ਸਾਨੂੰ ਮਿਲ ਜਾਣ, ਬੜੇ ਸ਼ਾਰਟ ਟਾਈਮ 'ਚ ਮਿਲ ਜਾਣ। ਤੋ ਸਟ੍ਰੈਸ ਤਾਂ ਬਿਲਕੁਲ ਹੈ, ਪਰਸਨਲ ਲਾਈਫ 'ਚ ਬੜਾ ਸਟ੍ਰੈਸ ਹੈ, ਪ੍ਰੋਫੈਸ਼ਨਲ ਲਾਈਫ 'ਚ ਬੜਾ ਸਟ੍ਰੈਸ ਹੈ, ਉਹਦਾ ਬੜਾ ਕੰਟਰੀਬਿਊਸ਼ਨ ਹੈ। ਜੀ, ਸਿਰਫ ਹਾਰਟ ਡਿਜ਼ੀਜ਼ ਤੇ ਹੈ ਹੀ ਹੈ, ਜਿਹੜੇ ਰਿਸਕ ਫੈਕਟਰ ਹਾਰਟ ਡਿਜ਼ੀਜ਼ ਕਰਦੇ ਹੈ, ਜੀ, ਬਲੱਡ ਪ੍ਰੈਸ਼ਰ ਹੋਇਆ, ਡਾਇਬਟੀਜ਼ ਹੋਇਆ, ਉਹਨਾਂ ਵਿੱਚ ਵੀ ਸਟ੍ਰੈਸ ਦਾ ਬਹੁਤ ਬੜਾ ਕਾਰਨ। ਡਾਕਟਰ ਸਾਹਿਬ, ਇੱਕ ਬਲੋਕੇਜ ਸ਼ਬਦ ਬਹੁਤ ਸੁਣਨ ਨੂੰ ਮਿਲਦਾ ਕਿ ਬਲੋਕੇਜ ਹੋ ਗਈ, ਇਹ ਨਾੜ ਤੁਹਾਡੀ ਇੰਨੀ ਬਲੋਕ ਹੈ। ਕੀ ਕਾਰਨ ਹੈ ਕਿ ਬਲੋਕੇਜ ਇੰਨੀ ਕਿਉਂ ਆ ਰਹੀ ਹੈ? ਦੇਖੋ, ਪਹਿਲੇ ਸਾਨੂੰ ਸਮਝਣਾ ਕਿ ਬਲੋਕੇਜ ਕੀ ਕਹਿੰਦੇ ਹਾਂ, ਅਸੀਂ ਕਿਹਨੂੰ ਬਲੋਕੇਜ ਕਰ ਰਹੇ ਹਾਂ, ਇਹ ਬੜਾ ਸਮਝਣਾ ਜ਼ਰੂਰੀ ਹੈ ਕਿ ਸਾਡਾ ਜਿਹੜਾ ਹਾਰਟ ਮਸਲ ਹੈ ਜੀ, ਉਹ ਇੱਕ ਪੰਪ ਹੈ। ਜੀ, ਜੀ, ਉਹ ਬਲੱਡ ਪੰਪ ਕਰਦਾ ਹੈ ਜੀ, ਉਸੇ ਕਰਕੇ ਜਿਹੜਾ ਬਲੱਡ ਸਪਲਾਈ ਸਾਰੇ ਬਾਡੀ ਨੂੰ ਹੁੰਦੀ ਹੈ, ਜੀ, ਉਹਨੂੰ ਪੰਪ ਨੂੰ ਕੰਮ ਕਰਨ ਵਾਸਤੇ ਆਪ ਵੀ ਬਲੱਡ ਦੀ ਸਪਲਾਈ ਦੀ ਜ਼ਰੂਰਤ ਹੁੰਦੀ ਹੈ। ਬਲੱਡ ਸਪਲਾਈ ਨਿਊਟ੍ਰੀਸ਼ਨ ਹੈ। ਜੀ, ਤਾਂ ਉਹ ਜਿਹੜੀ ਬਲੱਡ ਸਪਲਾਈ ਹਾਰਟ ਮਸਲ ਨੂੰ ਹੁੰਦੀ ਹੈ, ਜੀ, 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 ਜੋ ਆਪਣੇ ਵਾਸਤੇ ਬਲੱਡ ਸਪਲਾਈ ਉਹਨੂੰ ਮਿਲਦੀ ਹੈ, ਜੀ ਸਰ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਾਰਨਰੀ ਆਰਟਰੀਜ਼। ਜੀ, ਉਹ ਦੋ ਨਾੜੀਆਂ ਹੁੰਦੀਆਂ, ਇੱਕ ਖੱਬੇ ਪਾਸੇ ਦੀ ਨਾੜੀ ਜਿਹਨੂੰ ਅਸੀਂ ਲੈਫਟ ਕਾਰਨਰੀ ਆਰਟਰੀ ਕਹਿੰਦੇ ਹਾਂ, ਇੱਕ ਸੱਜੇ ਪਾਸੇ ਦੀ ਜਿਹਨੂੰ ਅਸੀਂ ਰਾਈਟ ਕਾਰਨਰੀ ਕਹਿੰਦੇ ਹਾਂ। ਜੀ, ਖੱਬੇ ਪਾਸੇ ਦੀ ਨਾੜੀ ਜਲਦੀ ਹੀ ਦੋ ਨਾੜੀਆਂ ਵਿੱਚ ਡਿਵਾਈਡ ਹੋ ਜਾਂਦੀ ਹੈ। ਇੱਕ ਹੁੰਦੀ ਹੈ ਲੈਫਟ ਐਂਟੀਰੀਅਰ ਡਿਸੈਂਡਿੰਗ ਆਰਟਰੀ ਤੇ ਇੱਕ ਸਰਕਮਫਲੈਕਸ। ਜੀ, ਤਾਂ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਤਿੰਨ ਨਾੜੀਆਂ ਦੀ ਕਹਿੰਦੇ ਹਾਂ। ਜੀ, ਓਕੇ, ਅੱਗੇ ਛੋਟੀ ਛੋਟੀ ਬ੍ਰਾਂਚਿਸ ਹੈ, ਡਾਇਗਨਲ ਹੋ ਗਈ, ਮਾਰਜਨਲ ਹੋ ਗਈ, ਪੋਸਟੀਰੀਅਰ ਡਿਸੈਂਡਿੰਗ ਹੋ ਗਈ, ਬਟ ਮੋਟੇ ਤੌਰ ਨਾਲ ਅਸੀਂ ਸਮਝਦੇ ਹਾਂ ਕਿ ਦਿਲ ਦੀ ਤਿੰਨ ਨਾੜੀਆਂ ਹੈ ਜਿਹੜੀਆਂ ਇਹਨੂੰ ਬਲੱਡ ਸਪਲਾਈ ਹਾਰਟ ਮਸਲ ਨੂੰ ਦੇ ਰਹੀ ਹੈ। ਜੀ, ਉਹਨੇ ਜਿਹੜੀਆਂ ਨਾੜੀਆਂ ਸਪਲਾਈ ਕਰ ਰਹੀ ਹੈ ਬਲੱਡ ਸਪਲਾਈ, ਉਹ ਅਨਇੰਟਰਪਟਡ ਬਲੱਡ ਸਪਲਾਈ ਰਹਿਣੀ ਚਾਹੀਦੀ। ਜੀ, ਔਰ ਅਨਇੰਟਰਪਟਡ ਇੰਨੀ ਰਹਿਣੀ ਚਾਹੀਦੀ ਕਿ ਜਿਸਲੇ ਇਨਸਾਨ ਕੋਈ ਵੀ ਐਕਟੀਵਿਟੀ ਕਰੇ, ਭੱਜੇ ਦੌੜੇ, ਮਾਊਂਟੇਨ ਤੇ ਜਾਏ, ਰੇਸ ਲਾਏ, ਕੁਝ ਵੀ ਕੰਮ ਕਰੇ, ਇਮੋਸ਼ਨਲੀ ਡਿਸਟਰਬ ਹੋਏ, ਤਾਂ ਉਹਦੀ ਰਿਕੁਆਇਰਮੈਂਟ ਹਾਰਟ ਦੀ ਵੱਧਦੀ, ਉਹਨੂੰ ਜ਼ਿਆਦਾ ਕੰਮ ਕਰਨਾ ਪੈਂਦਾ। ਤਾਂ ਰਿਕੁਆਇਰਮੈਂਟ ਕਾਫੀ ਜ਼ਿਆਦਾ ਵੀ ਵੱਧ ਜਾਂਦੀ ਹੈ। ਜਿਸ ਤਰ੍ਹਾਂ ਅਸੀਂ ਦੇਖਿਆ ਕਿ 100 ਮੀਟਰ ਡੈਸ਼ ਕੀਤੀ ਜਾਂ ਕੋਈ ਹੋਰ ਐਕਟੀਵਿਟੀ ਕੀਤੀ ਤਾਂ ਬੜਾ ਜ਼ਿਆਦਾ ਵੀ ਬਲੱਡ ਸਪਲਾਈ ਤੋਂ ਕੁਝ ਹੋ ਜਾਂਦੀ। ਜੀ, ਤਾਂ ਉਹਦੇ ਵਿੱਚ ਜਿਹੜਾ ਰੁਕਾਵਟ, ਬਿਨਾਂ ਰੁਕਾਵਟ ਦੇ ਬਲੱਡ ਸਪਲਾਈ ਹੋਣੀ ਚਾਹੀਦੀ। ਔਰ ਸਾਡੇ ਦਿਲ ਦੀ ਨਾੜੀਆਂ ਜਿਹੜੀਆਂ ਕਾਰਨਰੀਜ਼ ਹਨ, ਉਹਨਾਂ ਦੀ ਇੰਨੀ ਕਪੈਸਿਟੀ ਹੁੰਦੀ ਹੈ ਕਿ ਉਹ ਬਲੱਡ ਸਪਲਾਈ ਨੂੰ ਇਨਕਰੀਜ਼ ਕਰ ਸਕਦੀ ਹੈ ਕਮ ਸੇ ਕਮ 4 ਗੁਣਾ। ਅੱਛਾ, ਤਾਂ ਇਹ ਨਾਰਮਲ ਉਹਨਾਂ ਦੀ ਐਕਟੀਵਿਟੀ ਹੈ। ਜੀ, ਤੇ ਉਹਦੇ ਵਿੱਚ ਜਦ ਅਗਰ ਨਾੜੀ ਦੇ ਵਿੱਚ ਰੁਕਾਵਟ ਆਉਣਾ ਸ਼ੁਰੂ ਹੋ ਜਾਏ, ਬਲੌਕੇਡ ਆਉਣਾ ਸ਼ੁਰੂ ਹੋ ਜਾਏ, ਉਹਦੇ ਬਾਰੇ 'ਚ ਅਸੀਂ ਗੱਲ ਕਰਾਂਗੇ ਕਿਉਂ ਰੁਕਾਵਟ ਆਉਂਦੀ ਹੈ, ਤੇ ਉਹ ਫਿਰ ਥੋੜਾ ਸੁੱਕਣਾ ਸ਼ੁਰੂ ਹੋ ਜਾਂਦੀ ਹੈ। ਜੀ, ਤਾਂ ਉਹ ਬਲੱਡ ਸਪਲਾਈ ਪੂਰੀ ਨਹੀਂ ਹੋ ਪਾਉਂਦੀ, ਘਟ ਜਾਂਦੀ ਹੈ। ਤੇ ਸ਼ੁਰੂ ਤੇ ਉਸ ਤਰ੍ਹਾਂ ਹੁੰਦਾ ਕਿ ਜਿਸ ਤਰ੍ਹਾਂ ਇਨਸਿਗਨੀਫੀਕੈਂਟ ਹੈ, 20% ਹੈ ਜਾਂ 30% ਹੈ, ਤੇ ਉਹ ਕੋਈ ਰੁਕਾਵਟ ਨਹੀਂ ਪ੍ਰੋਡਿਊਸ ਕਰ ਰਹੀ। ਤੇ ਇਹ ਦੇਖਿਆ ਗਿਆ ਕਿ 70% ਤੱਕ ਵੀ ਅਗਰ ਰੁਕਾਵਟ ਹੋ ਜਾਏ, ਜੀ, 70% ਖਾਸਾ ਰੁਕਾਵਟ ਹੈ ਜੀ, ਵੱਡੀ ਨਾੜੀ ਵਿੱਚ, ਤਿੰਨਾਂ ਵਿੱਚੋਂ ਮੇਜਰ ਬ੍ਰਾਂਚ ਵਿੱਚ, ਐਪੀਕਾਰਡੀਅਲ ਆਰਟਰੀ 'ਚ ਕਿਸੇ ਜਗ੍ਹਾ ਬਲੌਕੇਡ ਹੋ ਜਾਏ, तो 70% तक भी ब्लॉकेड होते हैं तो वो कोई सिम्पटम्स नहीं प्रोड्यूस करते, वो कोई रुकावट नहीं करते। अच्छा जी, इन्नी कैपेसिटी साढ़े हार्ट नाड़ियां विच होंदी है। अच्छा जी, तो इस करके 70% तक चली जाता काम और बिल्कुल असीं नॉर्मल एक्टिविटी कर सकते जी, कोई उहदे विच दिक्कत नहीं होएगी, कोई प्रॉब्लम नहीं होएगी। समस्या किस लेवल ते समस्या आंदी है जब 70% तो ज़्यादा ब्लॉकेड हो जाए,
ਕਾਰਨ ਕੀ ਹੈ ਬਲੌਕ? ਹਾਂ, ਕਾਰਨ ਇਹ ਕਿਉਂਕਿ ਸਾਡੇ ਜਿਹੜਾ ਨਾੜੀਆਂ ਦੇ ਅੰਦਰ ਕੁਝ ਕੋਲੇਸਟ੍ਰੋਲ ਰਿਚ ਮਟੀਰੀਅਲ, ਜਿਹਨੂੰ ਅਸੀਂ ਪਲਾਕ ਕਹਿੰਦੇ ਆ, ਮੈਡੀਕਲ ਟਰਮ 'ਚ ਪਲਾਕ ਕਹਿੰਦੇ ਆ, ਉਹ ਬਣਨਾ ਸ਼ੁਰੂ ਹੋ ਜਾਂਦਾ। ਤਾਂ ਉਹ ਜਿਹੜਾ ਉਹਦੇ ਵਿੱਚ ਕੁਝ ਸੈਲਸ ਵੀ ਹੁੰਦੇ ਆ, ਕੁਝ ਫਾਈਬਰੋਸਿਸ ਵੀ ਹੁੰਦਾ ਹੈ, ਤਾਂ ਉਹ ਜਿਹੜਾ ਨਾੜੀ ਜਿਹੜੀ ਸੁੱਕੜਨਾ ਸ਼ੁਰੂ ਹੋ ਜਾਂਦੀ ਹੈ। ਇਹ ਜਿਹੜੀ ਸੁੱਕੜਨਾ ਹੈ ਉਹ ਲੋਕਲਾਈਜ਼ਡ ਏਰੀਆ 'ਚ ਹੁੰਦੀ ਹੈ, ਬਾਕੀ ਨਾੜੇ 'ਚ ਜਾਂ ਥੋੜੀ ਡਿਜ਼ੀਜ਼ ਹੋਏਗੀ ਜਾਂ ਨਹੀਂ ਹੋਏਗੀ। ਤਾਂ ਲੋਕਲਾਈਜ਼ਡ ਏਰੀਆ 'ਚ ਆਸਤਾ ਆਸਤਾ ਬਲੋਕੇਜ ਵੱਧਦੀ ਜਾਂਦੀ। ਤਾਂ ਬਲੋਕੇਜ ਵੱਧਦੇ ਲੱਗਦੇ ਟਾਈਮ ਲੱਗਦਾ। ਤਾਂ ਉਹਦੇ ਮਲਟੀਪਲ ਰੀਜ਼ਨਸ ਹੈਗੇ ਆ ਜੀ। ਇੰਪੋਰਟੈਂਟ ਰੀਜ਼ਨ ਜਿਹੜਾ ਹੈ ਉਹ ਰਿਸਕ ਫੈਕਟਰਸ ਦੀ ਗੱਲ ਕਰਦੇ ਹਾਂ ਅਸੀਂ, ਕਿ ਇਹ ਸਾਡੇ ਨੋਨ ਰਿਸਕ ਫੈਕਟਰ ਜੀ। ਇਹ ਨੋਨ ਰਿਸਕ ਫੈਕਟਰ ਦੋ ਕਿਸਮ ਦੇ ਹੁੰਦੇ ਜੀ। ਇੱਕ ਨੂੰ ਅਸੀਂ ਕਹਿੰਦੇ ਆ ਜਿਹਨਾਂ ਨੂੰ ਨਾਨ ਮੋਡੀਫਾਈਬਲ ਰਿਸਕ ਫੈਕਟਰ। ਜੀ। ਨਾਨ ਮੋਡੀਫਾਈਬਲ ਰਿਸਕ ਫੈਕਟਰ ਉਹਨਾਂ ਦਾ ਅਸੀਂ ਕੁਝ ਨਹੀਂ ਕਰ ਸਕਦੇ। ਹੁਣ ਜੈਸੇ ਮੇਲ, ਜਿਹੜੇ ਅਸੀਂ ਮੇਲ ਹਾਂ, ਉਹਨਾਂ ਵਿੱਚ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ। ਅੱਛਾ। ਇਹਨੂੰ ਅਸੀਂ ਕੁਝ ਨਹੀਂ ਕਰ ਸਕਦੇ। ਜਿਸ ਤਰ੍ਹਾਂ ਸਾਡੀ ਏਜ ਵੱਧਦੀ ਜਾਂਦੀ ਹੈ ਤਾਂ ਇਹ ਬਿਮਾਰੀ ਦੇ ਚਾਂਸਿਸ ਹੁੰਦੇ ਜ਼ਿਆਦਾ ਹੋ ਜਾਂਦੇ, ਇਹਨੂੰ ਅਸੀਂ ਕੁਝ ਨਹੀਂ ਕਰ ਸਕਦੇ। ਇੱਕ ਅਸੀਂ ਜਿਹੜੇ ਸਭ ਤੁਸੀਂ ਕਹਿ ਸਕਦੇ ਹੋ ਸਾਰ ਕੰਟਰੀਜ਼ ਦੇ ਲੋਕ ਹਨ, ਇਹਨਾਂ ਨੂੰ ਕੁਝ ਜੈਨੇਟਿਕ ਪ੍ਰੀਡਿਸਪੋਜੀਸ਼ਨ ਵੀ ਹੈ, ਉਹਦੇ ਬਾਰੇ 'ਚ ਅਸੀਂ ਕੁਝ ਨਹੀਂ ਕਰ ਸਕਦੇ। जैसे इंडिया है, श्रीलंका है, बांग्लादेश है, पाकिस्तान, इधर जेनेटिक प्रीडिस्पोजेशन, ये नॉन मॉडिफाइबल रिस्क फैक्टर या फैमिली हिस्ट्री। फैमिली हिस्ट्री ਨੂੰ ਸਾਡਾ ਕਹਿਣਾ ਹੈ ਕਿ ਅਗਰ ਕਿਸੇ ਦੀ ਫੈਮਿਲੀ ਵਿੱਚ ਜੀ ਇਸ ਮਸਲੇ ਦੋ ਤੋਂ ਜ਼ਿਆਦਾ ਬੰਦਿਆਂ ਨੂੰ 45 ਸਾਲ ਦੀ ਉਮਰ ਦੇ ਘੱਟ ਜਾਂ ਹਾਰਟ ਅਟੈਕ ਹੋਇਆ, ਜਾਂ ਐਂਜੀਓਪਲਾਸਟੀ ਦੀ ਜ਼ਰੂਰਤ ਪਈ ਹੈ, ਜਾਂ ਬਾਈਪਾਸ ਸਰਜਰੀ ਹੋਈ ਹੈ, ਜਾਂ 40 ਸਾਲ ਦੇ ਥੱਲੇ ਫੀਮੇਲ ਨੂੰ ਐਸੀ ਦਿੱਕਤ ਆਈ ਹੈ, ਉਹ ਅਸੀਂ ਫੈਮਿਲੀ ਹਿਸਟਰੀ ਕਹਿੰਦੇ ਹਾਂ। ऐसा नहीं कि किसी को 70 साल की हो तो उन्होंने उसी फैमिली हिस्ट्री मनावे। तो ये जो चार नॉन मॉडिफाइबल रिस्क फैक्टर है, उसके बाद होता कुछ मॉडिफाइबल रिस्क फैक्टर जी, कि ਜਿਹੜੇ ਅਸੀਂ ਉਹਨਾਂ ਦੇ ਬਾਰੇ ਕੁਝ ਕਰ ਸਕਦੇ ਹਾਂ, ਉਹਨਾਂ ਦਾ ਰੋਕਥਾਮ ਕਰ ਸਕਦੇ ਹਾਂ, ਉਹਨਾਂ ਦਾ ਇਲਾਜ ਕਰ ਸਕਦੇ ਹਾਂ, ਉਹਨਾਂ ਨੂੰ ਰਿਵਰਸ ਕਰ ਸਕਦੇ ਹਾਂ ਜੀ। ਉਹ ਹੈਗੇ ਜਿਸ ਤਰ੍ਹਾਂ ਡਾਇਬੀਟੀਜ਼। ਇੰਡੀਆ ਵਿੱਚ ਡਾਇਬੀਟੀਜ਼ ਬੜੀ ਵੱਧ ਰਹੀ ਜੀ, ਔਰ ਸਾਰੇ ਪਾਸੇ ਵੱਧ ਰਹੀ, ਔਰ ਚੰਡੀਗੜ੍ਹ ਨੂੰ ਅਸੀਂ ਕਹਿੰਦੇ ਹਾਂ ਕਿ ਡਾਇਬੀਟਿਕ ਕੈਪੀਟਲ ਜੀ। ਕੋਈ 7 ਤੋਂ 8% ਲੋਕਾਂ ਨੂੰ ਡਾਇਬੀਟੀਜ਼ ਹੈ। ਅੱਛਾ ਜੀ। ਸੋ ਕਾਫੀ ਬਿਮਾਰੀ ਵੱਧ ਰਹੀ। ਦੂਸਰਾ ਬਲੱਡ ਪ੍ਰੈਸ਼ਰ ਜੀ। ਬਲੱਡ ਪ੍ਰੈਸ਼ਰ ਵੀ ਇੱਕ ਸਮੱਸਿਆ ਬੜੀ ਕਾਮਨ ਹੈ ਔਰ ਸਾਇਲੈਂਟ ਹੈ, ਲੋਕਾਂ ਨੂੰ ਪਤਾ ਨਹੀਂ ਲੱਗਦਾ ਅਗਰ ਅਨਲੈਸ ਉਹ ਚੈੱਕ ਕਰਾਂਗੇ। ਸਾਇਲੈਂਟ ਇੱਕ ਕੀ ਚੱਕਰ ਹੈ ਕਿ ਸਾਇਲੈਂਟ ਦਾ ਮਤਲਬ ਇਹ ਹੈ ਸਾਡਾ ਕਹਿਣਾ ਕਿ ਜੋ ਬਿਮਾਰੀ ਦੇ ਕੋਈ ਸਿੰਪਟਮਸ ਨਹੀਂ ਹੈਗੇ। ਨਹੀਂ, ਕਾਰਨ ਕੀ ਹੈ ਸਾਇਲੈਂਟ? ਮੈਂ ਦੱਸ ਰਿਹਾ ਕਿ ਬਲੱਡ ਪ੍ਰੈਸ਼ਰ ਜਿਹੜਾ ਹੈ, ਅਸੀਂ ਇੱਕ ਨਾਰਮਲ ਬਲੱਡ ਪ੍ਰੈਸ਼ਰ ਰਹਿੰਦੇ ਤੇ ਜਿਹੜਾ ਜ਼ਿਆਦਾ ਹੋਏਗਾ ਉਹਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਕਹਿੰਦੇ ਆ। ਤੇ ਇਹ ਤਿੰਨ ਅਸੀਂ ਡਿਵਾਈਡ ਕਰੀਏ ਤਿੰਨ ਹਿੱਸੇ 'ਚ। ਇੱਕ ਹੁੰਦਾ ਜੋ ਮਾਈਲਡ ਹਾਈਪਰਟੈਂਸ਼ਨ ਜੀ। ਮਾਈਲਡ ਹਾਈਪਰਟੈਂਸ਼ਨ ਦਾ ਮਤਲਬ ਹੈ ਕਿ ਜਿਹੜਾ ਥੱਲੇ ਵਾਲਾ ਬਲੱਡ ਪ੍ਰੈਸ਼ਰ ਹੈ ਜੀ, ਬਿਲਕੁਲ ਡਾਇਸਟੋਲਿਕ ਬਲੱਡ ਪ੍ਰੈਸ਼ਰ, ਉਹ 90 ਤੋਂ ਲੈ ਕੇ 105 ਦੇ ਵਿੱਚ ਹੈ। ਫਿਰ ਮੋਡਰੇਟ ਤੇ ਸੀਵੀਅਰ ਹੈ। ਜ਼ਿਆਦਾ ਲੋਕਾਂ ਨੂੰ ਮਾਈਲਡ ਹਾਈਪਰਟੈਂਸ਼ਨ ਹੁੰਦੀ ਹੈ ਜੀ। ਓਕੇ। ਔਰ ਮਾਈਲਡ ਹਾਈਪਰਟੈਂਸ਼ਨ ਜਿਹੜੀ ਹੈ ਉਹ ਅੱਗੇ ਜਾ ਕੇ ਲੌਂਗ ਟਰਮ ਤੇ ਜੀ ਦਿਲ ਤੇ ਨਾੜੀਆਂ ਤੇ ਬਲੌਕੇਜ ਦੀ ਪ੍ਰੋਬਲਮ ਕ੍ਰੀਏਟ ਕਰਦੀ ਹੈ, ਹਾਰਟ ਮਸਲ ਦੇ ਪ੍ਰੋਬਲਮ ਕ੍ਰੀਏਟ ਕਰਦੀ ਹੈ, ਬ੍ਰੇਨ ਤੇ ਸਟ੍ਰੋਕ ਕਰ ਸਕਦੀ ਹੈ, ਕਿਡਨੀ ਦੇ ਉੱਪਰ ਇਫੈਕਟ ਕਰਦੀ ਹੈ, ਪੈਰੀਫਰਲ ਆਰਟਰੀ ਜਿਹੜੀਆਂ ਹੈਗੀਆਂ ਲੋਅਰ ਲਿੰਬਸ ਦੀ ਆਰਟਰੀ ਉਹਨਾਂ ਤੇ ਇਫੈਕਟ ਕਰ ਸਕਦੀ ਹੈ। ਤਾਂ ਇਹ ਉਹਦੇ ਕੋਈ ਸਿੰਪਟਮਸ ਨਹੀਂ ਹੁੰਦੇ ਜੀ, ਕਿਉਂਕਿ ਨਾਰਮਲ ਬੰਦੇ ਇਹ ਬਿਲੀਵ ਕਰਦੇ ਹੈ ਕਿ ਅਗਰ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ ਤਾਂ ਉਹਨੂੰ ਸਿਰ ਦਰਦ ਹੋਣੀ ਚਾਹੀਦੀ ਹੈ, ਉਹਨੂੰ ਥਕਾਵਟ ਹੋਣੀ ਚਾਹੀਦੀ ਹੈ, ਉਹਨੂੰ ਗਰਦਨ ਚੱਕਰ ਆਉਣਾ ਚਾਹੀਦਾ, ਗੁੱਸਾ ਆਉਣਾ ਚਾਹੀਦਾ। ਇਹ ਚੀਜ਼ਾਂ ਜੋ ਨਾਰਮਲ ਲੋਕ ਸਮਝਦੇ ਆ ਕਿ ਇਹ ਬਲੱਡ ਪ੍ਰੈਸ਼ਰ ਦੇ ਸਿੰਪਟਮਸ ਹੈਗੇ ਜੀ, ਬਟ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਮੋਸਟ ਆਫ ਦੀ ਬਲੱਡ ਪ੍ਰੈਸ਼ਰ ਦੇ ਮਰੀਜ਼ ਜਿਹੜੇ ਹੈਗੇ ਆ ਉਹਨਾਂ ਨੂੰ ਕੋਈ ਸਿੰਪਟਮਸ ਨਹੀਂ ਹੁੰਦੇ। ਅੱਛਾ ਜੀ। ਉਹ ਤਦ ਹੀ ਪਤਾ ਲੱਗਦਾ ਹੈ ਜਦੋਂ ਕੋਈ ਸਮੱਸਿਆ ਆਉਂਦੀ ਹੈ ਜਾਂ ਅਸੀਂ ਚੈੱਕ ਕਰਾਉਂਦੇ ਆ ਜੀ। ਤਾਂ ਇਹ ਬੜਾ ਜ਼ਰੂਰੀ ਹੈ ਕਿ ਹਰ ਇੱਕ ਕਿਸੇ ਨੂੰ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਾਉਣਾ ਚਾਹੀਦਾ। ਦੂਜੀ ਮੈਂ ਬਲੱਡ ਪ੍ਰੈਸ਼ਰ ਬਾਰੇ ਇੱਕ ਹੋਰ ਤੁਹਾਨੂੰ ਗੱਲ ਦੱਸਾਂ ਜੀ, ਕਿ ਅਸੀਂ ਨਾਰਮਲੀ ਸਮਝਦੇ ਹਾਂ ਕਿ ਇਹ ਅਡਲਟ ਦੀ ਬਿਮਾਰੀ ਹੈ ਜੀ, 35-40 ਸਾਲ ਦੇ ਬਾਅਦ ਹੋਏਗੀ। ਇਸ ਵਾਸਤੇ ਲੋਕ 35-40 ਔਰ ਇਹ ਸਿੰਪਟੋਮੈਟਿਕ ਹੈ, ਇਸ ਕਰਕੇ 35-40 ਸਾਲ ਬਾਅਦ ਉਹਨੂੰ ਕਰਨਗੇ, ਚੈੱਕ ਕਰਾਂਗੇ। ਇਹ ਅਸੀਂ ਦੇਖ ਰਹੇ ਹਾਂ ਕਿ ਇਹਦੀ ਔਨਸੈਟ ਜਿਹੜੀ ਬਲੱਡ ਪ੍ਰੈਸ਼ਰ ਦੀ ਹੈ ਇਹ ਐਡੋਲੈਸੈਂਟਸ ਹੁੰਦੀ ਹੈ। ਅੱਛਾ ਜੀ। ਹਾਂ, ਯੰਗ ਲੋਕਾਂ 'ਚ, ਟੀਨੇਜਰਸ ਹੁੰਦੀ ਹੈ। ਤਾਂ ਇਸ ਵਾਸਤੇ ਜ਼ਰੂਰੀ ਹੈ ਕਿ ਅਸੀਂ ਯੰਗ ਲੋਕਾਂ ਵਿੱਚ ਵੀ ਉਹਨਾਂ ਦਾ ਬਲੱਡ ਪ੍ਰੈਸ਼ਰ ਚੈੱਕ ਕਰੀਏ, ਰੀਡਿੰਗ ਲੈਣੀ ਚਾਹੀਦੀ ਹੈ। ਕੋਈ ਐਸਾ ਨਹੀਂ ਹੈ ਕਿ ਸਾਨੂੰ ਬਲੱਡ ਪ੍ਰੈਸ਼ਰ ਆਪਣੇ ਲੋਕ ਕਹਿੰਦੇ ਨੇ ਵੀ ਚੈੱਕ ਕਰਾਵਾਂਗੇ ਤਾਂ ਮਾਨਸਿਕ ਤੌਰ ਤੇ ਵਜ਼ਨ ਘਟਣ ਲੱਗ ਜਾਂਦਾ। ਨਹੀਂ, ਉਹ ਗੱਲ ਜਿਹੜੀ ਮਾਨਸਿਕ ਤੌਰ ਤੇ ਵਜ਼ਨ ਘਟਦੇ ਆ ਉਹਨੂੰ ਅਸੀਂ ਮੈਡੀਕਲ ਟਰਮ 'ਚ ਕਹਿੰਦੇ ਵਾਈਟ ਕੋਟ ਹਾਈਪਰਟੈਂਸ਼ਨ ਜੀ। ਵਾਈਟ ਕੋਟ ਹਾਈਪਰਟੈਂਸ਼ਨ ਦਾ ਮਤਲਬ ਹੈ ਕਿ ਤੁਸੀਂ ਕਲੀਨਿਕ 'ਚ ਗਏ ਡਾਕਟਰ ਦੇ ਜੀ, ਉੱਥੇ ਤੁਸੀਂ ਬਲੱਡ ਪ੍ਰੈਸ਼ਰ ਚੈੱਕ ਕਰਾਇਆ ਜਾਂ ਹਸਪੀਟਲ ਗਏ ਤਾਂ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਆਇਆ, ਜਿਹੜਾ ਤੁਹਾਡਾ ਹੈ ਨਹੀਂ ਹੈ ਜ਼ਿਆਦਾ, ਕਿਉਂਕਿ ਐਂਗਜ਼ਾਇਟੀ ਵੱਧ ਗਈ, ਸਟ੍ਰੈਸ ਵੱਧ ਗਿਆ, ਤਾਂ ਬਲੱਡ ਪ੍ਰੈਸ਼ਰ ਵੱਧ ਗਿਆ। ਓਕੇ, ਡਾਕਟਰ ਨੂੰ ਦੇਖਿਆ ਤਾਂ ਬਲੱਡ ਪ੍ਰੈਸ਼ਰ ਵੱਧ ਗਿਆ ਜੀ, ਤਾਂ ਉਹਨੂੰ ਅਸੀਂ ਕਹਿੰਦੇ ਵਾਈਟ ਕੋਟ। ਬਟ ਅਸੀਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਡਾਇਗਨੋਸ ਤਦ ਕਰਦੇ ਹਾਂ ਕਿ ਜਦ ਓਵਰ ਅ ਪੀਰੀਅਡ ਆਫ 6 ਵੀਕਸ
ਸਾਨੂੰ ਮਲਟੀਪਲ ਐਟਲੀਸਟ 3 ਰੀਡਿੰਗ ਵਿੱਚ ਲੱਗਿਆ ਕਿ ਬਲੱਡ ਪ੍ਰੈਸ਼ਰ ਜ਼ਿਆਦਾ ਹੈ। ਅਸੀਂ ਮਾਈਲਡ ਹਾਈਪਰਟੈਂਸ਼ਨ ਦੀ ਗੱਲ ਕਰ ਰਹੇ ਹਾਂ। ਤੋ ਇਹ ਐਸਾ ਨਹੀਂ ਹੈ ਕਿ ਮੇਰਾ ਬਲੱਡ ਪ੍ਰੈਸ਼ਰ, ਹੁਣ ਮੈਂ ਕਿਸੇ ਨਾਲ ਝਗੜਾ ਕੀਤਾ ਉਦੋਂ ਜ਼ਿਆਦਾ ਹੈ तो ज़्यादा आया तो मैं ब्लड प्रेशर का मरीज़ हो गया, ऐसा नहीं। ਇਹ ਮਤਲਬ ਨਹੀਂ ਹੈ। ये मतलब नहीं है। मतलब ये है कि सानू असी पहले जिथे भी जाइए क्लिनिक ही जाइए, उत्थे 10-15 मिनट रेस्ट करिए, कंफर्टेबल स्टेज अपना ब्लड प्रेशर चेक कराइए। अगर साडी एक रीडिंग ज़्यादा आती है तो असी कुछ करने की जरूरत नहीं है, कोई दवाई शुरू करने की जरूरत नहीं है। असी अपना नॉर्मल एक्सरसाइज करते रहिए, डाइट का ख्याल रखिए, 2 हफ्ते बाद दोबारा चेक कराइए, फिर भी थोड़ा ज़्यादा आंदा है, फिर भी दवाई की शुरू करने की जरूरत नहीं है। ਅੱਛਾ ਜੀ। 3 ਵਾਰੀ ਤੁਹਾਨੂੰ ਲੱਗੇਗਾ ਕਿ ਬਲੱਡ ਪ੍ਰੈਸ਼ਰ ਜ਼ਿਆਦਾ ਆ ਰਿਹਾ ਤੇ ਫਿਰ ਸਾਨੂੰ ਦਵਾਈ ਲੈਣ ਦੀ ਜ਼ਰੂਰਤ ਹੈ ਔਰ ਲਾਈਫ ਸਟਾਈਲ ਮੋਡੀਫਿਕੇਸ਼ਨ ਕਰਨ ਦੀ ਜ਼ਰੂਰਤ ਹੈ। ਉਹਦੇ ਬਾਅਦ ਅਸੀਂ ਗੱਲ ਕਰਾਂਗੇ। ਸਰ ਏਜ ਹੈ ਜਿਹੜਾ ਇੱਕ ਹੋਰ ਗੱਲ ਮੈਂ ਬਲੱਡ ਪ੍ਰੈਸ਼ਰ ਬਾਰੇ ਦੱਸਾਂ ਕਿ ਅਸੀਂ ਗੱਲ ਕੀਤੀ ਵਾਈਟ ਕੋਟ ਹਾਈਪਰਟੈਂਸ਼ਨ ਜੀ। ਅੱਜ ਕੱਲ ਸਾਰੇ ਲੋਕ ਅਜੇ ਤੱਕ ਇਹ ਸਮਝਦੇ ਸੀ ਕਿ ਬਲੱਡ ਪ੍ਰੈਸ਼ਰ ਦਾ ਜਿਹੜੀ ਡਾਇਗਨੋਸਿਸ ਹੈ ਉਹ ਡਾਕਟਰ ਦੇ ਕਲੀਨਿਕ 'ਚ ਹੋਣੀ ਚਾਹੀਦੀ ਜਾਂ ਹਸਪਤਾਲ 'ਚ ਹੋਣੀ ਚਾਹੀਦੀ। ਜੀ। ਹੁਣ ਅਸੀਂ ਸਮਝਦੇ ਹਾਂ ਕਿ ਘਰ ਬਲੱਡ ਪ੍ਰੈਸ਼ਰ ਜਿਹੜਾ ਚੈੱਕ ਕੀਤਾ ਜਾਏ ਆਪਣੇ ਘਰ 'ਚ, ਜੀ, ਉਹ ਬੈਟਰ ਰੀਡਿੰਗ ਦਿੰਦਾ ਕਿਉਂਕਿ ਨਾਰਮਲ ਐਂਬੀਐਂਸ ਦੇ ਵਿੱਚ ਔਰ ਰੈਸਟਿੰਗ ਸਟੇਜ ਚੈੱਕ ਕਰੀਏ ਅਸੀਂ। तो इस वास्ते ब्लड प्रेशर का डायग्नोस करना बड़ा इंपॉर्टेंट है कि किस तरह से डायग्नोस किया। सब तो पहले तो जरूरी है कि हर एक बंदे को अपना ब्लड प्रेशर चेक कराना चाहिए, रेगुलरली चेक कराना चाहिए। माड़ी गल नहीं है, माड़ी गल नहीं है जी। और ये पता नहीं लगूगा अगर ਅਸੀਂ ਚੈੱਕ ਨਹੀਂ ਕਰਾਂਗੇ ਤਾਂ ਪਤਾ ਨਹੀਂ ਲੱਗੂਗਾ ਤਾਂ ਅੱਗੇ ਜਾ ਕੇ ਕੰਪਲਿਕੇਸ਼ਨ ਪ੍ਰੋਡਿਊਸ ਕਰੇਗਾ। ਪਹਿਲੀ ਗੱਲ ਇਹ ਹੈ ਜੀ। ਦੂਸਰੀ ਗੱਲ ਅਗਰ ਘਰ ਸਾਨੂੰ ਇੱਕ ਆਪਣਾ ਬਲੱਡ ਪ੍ਰੈਸ਼ਰ ਰੱਖਣਾ ਚਾਹੀਦਾ। ਇਹ ਬੜਾ ਕਾਮਨ ਲੋਕ ਕਹਿੰਦੇ ਆ ਕਿ ਡਿਜੀਟਲ ਬਲੱਡ ਪ੍ਰੈਸ਼ਰ ਹੈ, ਮਸ਼ੀਨ ਹੈ ਜੀ, ਇਹ ਗਲਤ ਹੋਏਗੀ, ਠੀਕ ਨਹੀਂ ਹੋਏਗੀ, ਗਲਤ ਰੀਡਿੰਗ ਦੇਗੀ। ਮੇਰਾ ਸਵਾਲ ਇਹੀ ਆਉਣ ਵਾਲਾ ਸੀ। ਤਾਂ ਉਹ ਅੱਜ ਕੱਲ ਟੈਕਨੋਲੋਜੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਅੱਛੇ ਬਲੱਡ ਪ੍ਰੈਸ਼ਰ ਸਾਨੂੰ ਮਸ਼ੀਨਸ ਮਿਲਦੀਆਂ ਹਨ ਜਿਹੜੀਆਂ ਘਰ ਅਸੀਂ ਯੂਜ਼ ਕਰ ਸਕਦੇ ਹਾਂ। ਉਹਦੇ ਵਾਸਤੇ ਬਹੁਤ ਜ਼ਿਆਦਾ ਟ੍ਰੇਨਿੰਗ ਦੀ ਜ਼ਰੂਰਤ ਨਹੀਂ ਪੈਂਦੀ ਤੇ ਹਰ ਇੱਕ ਲੋਕ ਬੰਦਿਆਂ ਨੂੰ ਆਪਣੀ ਫੈਮਿਲੀ 'ਚ ਇੱਕ ਬਲੱਡ ਪ੍ਰੈਸ਼ਰ ਮਸ਼ੀਨ ਤੇ ਰੱਖਣੀ ਹੀ ਚਾਹੀਦੀ ਜੀ। ਤਾਂ ਰੈਗੂਲਰ ਚੈੱਕ ਕਰਾਉਣਾ ਚਾਹੀਦਾ, ਆਪਣਾ ਚੈੱਕ ਕਰ ਲਓ ਔਰ ਅਗਰ ਆਂਦਾ ਹੈ ਤਾਂ ਫਿਰ ਡਾਕਟਰ ਨਾਲ ਗੱਲ ਕਰਕੇ ਉਹਦਾ ਇਲਾਜ ਕਰਾਉਣਾ ਚਾਹੀਦਾ। ਇੰਪੋਰਟੈਂਟ ਇਹ ਹੈ ਕਿ ਸਾਨੂੰ ਸਮਝਣਾ ਕਿਉਂਕਿ ਸਿੰਪਟਮਸ ਪ੍ਰੋਡਿਊਸ ਨਹੀਂ ਕਰ ਰਹੇ ਬਲੱਡ ਪ੍ਰੈਸ਼ਰ ਔਰ ਬਲੱਡ ਪ੍ਰੈਸ਼ਰ ਸਿੰਪਟਮਸ ਨਹੀਂ ਪ੍ਰੋਡਿਊਸ ਕਰ ਰਿਹਾ ਤਾਂ ਲੋਕ ਇਹ ਪੁੱਛਦੇ ਕਿ ਮੈਂ ਦਵਾਈ ਕਿਉਂ ਲਾ ਜਦੋਂ ਕੁਝ ਹੋ ਹੀ ਨਹੀਂ ਜਦ ਉਹਨੂੰ ਹੈ ਹੀ ਨਹੀਂ, ਕੋਈ ਦਿੱਕਤ ਨਹੀਂ ਹੈ, ਮੈਂ ਤਾਂ ਬੜਾ ਚੰਗਾ ਭਲਾ ਨਾਰਮਲ ਐਕਟੀਵਿਟੀ ਕਰ ਰਿਹਾ। ਤੇ ਇਹ ਸਮਝਣ ਦੀ ਜ਼ਰੂਰਤ ਹੈ ਕਿ ਬਲੱਡ ਪ੍ਰੈਸ਼ਰ ਦਾ ਅਸੀਂ ਇਲਾਜ ਮਾਈਲਡ ਹਾਈਪਰਟੈਂਸ਼ਨ, ਅਗੇਨ ਮੈਂ ਮਾਈਲਡ ਹਾਈਪਰਟੈਂਸ਼ਨ ਦੀ ਗੱਲ ਕਰ ਰਿਹਾ, ਉਹਦਾ ਇਲਾਜ ਇਸ ਵਾਸਤੇ ਕਰ ਰਹੇ ਹਾਂ ਕਿ ਲੌਂਗ ਟਰਮ ਤੇ ਕੁਝ ਸਾਲਾਂ ਬਾਅਦ ਅਗਰ ਉਹ ਬਲੱਡ ਪ੍ਰੈਸ਼ਰ ਰਹੂਗਾ तो ਅਟੈਕ ਕਰੂਗਾ ਔਰ ਕਿਡਨੀ ਤੇ ਕਰੂਗਾ, ਬ੍ਰੇਨ ਤੇ ਇਫੈਕਟ ਕਰੇਗਾ, ਪੈਰੀਫਰਲ ਆਰਟਰੀਜ਼ ਤੇ ਇਫੈਕਟ ਕਰੇਗਾ। ਇਸ ਕਰਕੇ ਉਹਦਾ ਇਲਾਜ ਕਰਦੇ ਹਾਂ ਅਸੀਂ। ਸੋ ਹਮ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਰਿਲੇਟਿਵਲੀ ਨਾਰਮਲ ਪਰਸਨ ਦਾ ਇਲਾਜ ਕਰ ਰਹੇ ਹਾਂ ਔਰ ਲੌਂਗ ਟਰਮ ਬੈਨੀਫਿਟ ਵਾਸਤੇ ਇਲਾਜ ਕਰ ਰਹੇ ਹਾਂ। ਇਸ ਕਰਕੇ ਉਹ ਦਵਾਈਆਂ ਅਸੀਂ ਦਈਏ ਜਿਹੜਾ ਸਿਰਫ ਬਲੱਡ ਪ੍ਰੈਸ਼ਰ ਕੰਟਰੋਲ ਨਾ ਕਰੇ, ਲੌਂਗ ਟਰਮ ਤੇ ਬਲੱਡ ਪ੍ਰੈਸ਼ਰ ਕੰਟਰੋਲ ਦੇ ਇਫੈਕਟ ਪੋਜ਼ਿਟਿਵਲੀ ਰੱਖੇ। तो ਉਹ ਦਵਾਈਆਂ ਅੱਜ ਕੱਲ ਕਾਫੀ ਅਵੇਲੇਬਲ ਹੋਈਆਂ, 4 ਗਰੁੱਪ ਹੋ ਗਏ ਸਾਡੇ ਦਵਾਈ ਦੇ। ਤਾਂ ਹੀ ਸਮੱਸਿਆਵਾਂ ਆ ਰਹੀਆਂ ਵੀ ਅਸੀਂ ਸ਼ੁਰੂ ਤੋਂ ਰੀਡ ਨਹੀਂ ਕਰਦੇ ਤੇ ਇਕੱਠਾ ਜਾ ਕੇ ਅਟੈਕ ਹੋ ਜਾਂਦਾ। ਬਿਲਕੁਲ ਅਸੀਂ ਦੇਖੀਏ ਅਗਰ ਸਾਡੇ ਕੰਟਰੀ 'ਚ ਤੁਸੀਂ ਦੇਖੋ ਤੇ ਅਗਰ ਚੰਡੀਗੜ੍ਹ ਚ ਲਾਓ ਫਾਰ ਐਗਜ਼ਾਮਪਲ ਜਾਂ ਕਿਸੇ ਵੀ ਮੈਟਰੋਪੋਲੀਟਨ ਸਿਟੀ ਚ ਲਾਓ ਤੇ 40 ਸਾਲ ਦੀ ਉਮਰ ਤੋਂ ਜ਼ਿਆਦਾ ਏਜ ਦੇ ਲੋਕਾਂ ਵਿੱਚ 40% ਲੋਕਾਂ ਵਿੱਚ ਅਬਾਊਟ 35 ਤੋਂ ਲੈ ਕੇ 45% ਲੋਕਾਂ ਵਿੱਚ ਡਿਫਰੈਂਟ ਸਿਟੀਜ਼ 'ਚ ਬਲੱਡ ਪ੍ਰੈਸ਼ਰ ਦੀ ਸਮੱਸਿਆ ਜੀ। तो ये एक कॉमन प्रॉब्लम है। तो दूसरी गल है कि अगर नहीं करांगे तो प्रॉब्लम प्रोड्यूस करेगा और असी वो दवाई देनी है जिहड़ी पेशेंट का ब्लड प्रेशर कंट्रोल करे, 24 घंटे कंट्रोल करे, लॉन्ग टर्म ते कोई ज़्यादा साइड इफेक्ट ना प्रोड्यूस करे और ऐसी होए एक बार असी लईए दिन च दवाई और उसकी कंप्लायंस भी ठीक होए और कास्ट भी ठीक होए जी। ये सारे फैक्टर अगर होणगे तो फिर जिहड़ा सारा पेशेंट, मैं पेशेंट नहीं कह रहा, नॉर्मल पर्सन है, वो दवाई लऊगा और लॉन्ग टर्म तक लऊगा। ये समझना बड़ा जरूरी है कि कंप्लायंस ठीक रहे क्योंकि ये नहीं है कि मैं 3 दिन दवाई ले ले 4 दिन छाड़ती, वो फिर सानू बेनिफिट नहीं देगा। वंस ए डे होए कि रोज़ 3 बारी लैनी पे तो बंदा कहना मैं तो काम करांगे, मैं दवाई का नाल ही बढ़ गया। वंस ए डे होए 24 घंटे कंट्रोल रहे, ਉਹਦੇ ਸਾਈਡ ਇਫੈਕਟਸ ਨਾ ਹੋਣ, ਕੁਆਲਿਟੀ ਆਫ ਲਾਈਫ ਤੇ ਕੋਈ ਫਰਕ ਨਾ ਪਏ क्योंकि नॉर्मल बंदा जी। उन्हें से दवाई देते तो फटीग हो गई, टायर्डनेस हो गई, पेरेंट्स सोजिश आ गई, कुछ ऐसे सिम्टम्स हो गए तो दवाई बंद कर दूंगा जी। बिल्कुल। तो साइड इफेक्ट्स ना हो, क्वालिटी ऑफ लाइफ पे कोई असर ना करे और कास्ट भी ठीक हो क्योंकि असी अजय भी डेवलपिंग कंट्री है। डेवलपिंग बिल्कुल हाँ। तो डेवलपिंग कंट्री मोस्ट ऑफ द पीपल अफोर्डेबिलिटी जी है वो लिमिटेड होंगी।
तो अगर साढ़े हज़ारां रुपए खर्चा महीने का हो गया तो फिर अफोर्ड ही नहीं कर सकते लोग, तो नहीं अफोर्ड कर सकेंगे तो इफेक्ट नहीं होएगा। तो वो दवाई देइए ਜਿਹੜੀ ਅਫੋਰਡੇਬਲ ਹੋਵੇ। ਇੱਕ ਇਹਦੀ ਰੀਡਿੰਗ ਤੇ ਬੜਾ ਸਵਾਲ ਉੱਠਦੇ ਆ ਲੋਕਾਂ ਦੇ ਮਨਾਂ 'ਚ, ਭਰਮ ਭੁਲੇਖੇ ਹੈ ਇਹ ਕਿੰਨੇ ਨੂੰ ਅਸੀਂ ਨਾਰਮਲ ਮੰਨਦੇ ਆ, ਏਜ ਦੇ ਹਿਸਾਬ ਨਾਲ ਮੰਨਦੇ ਆ ਜਾਂ ਸਿੱਧਾ ਮੰਨਦੇ ਆ? ਨਾਰਮਲ ਬਲੱਡ ਪ੍ਰੈਸ਼ਰ ਕਿੰਨੇ ਨੂੰ ਮੰਨਦੇ ਆ? ਦੇਖੋ ਨਾਰਮਲ ਬਲੱਡ ਪ੍ਰੈਸ਼ਰ ਤੇ ਹੈ 120 ਤੇ 80 ਦੇ ਥੱਲੇ ਜੀ, ਓਕੇ। ਬਟ ਅਸੀਂ ਇਲਾਜ ਉਹਦਾ ਤਦ ਕਰਦੇ ਹਾਂ ਜਦ ਥੱਲੇ ਵਾਲਾ ਬਲੱਡ ਪ੍ਰੈਸ਼ਰ ਹੈ ਉਹ 90 ਤੋਂ ਜ਼ਿਆਦਾ ਹੋ ਜਾਏ, ਓਕੇ, 90 ਤੋਂ ਜ਼ਿਆਦਾ ਹੋ ਜਾਏ, ਤੇ ਉਹਨੂੰ ਅਸੀਂ ਕਿੰਨਾ ਅਗਰੈਸਿਵਲੀ ਕੰਟਰੋਲ ਕਰਨਾ, ਅਸੀਂ 90 ਤੋਂ ਥੱਲੇ ਰੱਖਾਂਗੇ ਉਹਨੂੰ। ਕਈ ਐਸੀ ਬਿਮਾਰੀਆਂ ਜਿਹਨਾਂ 'ਚ ਅਸੀਂ ਚਾਹੁੰਦੇ ਕਿ ਥੋੜਾ ਜ਼ਿਆਦਾ ਕੰਟਰੋਲ ਹੋਣਾ ਚਾਹੀਦਾ, ਜਿਸ ਤਰ੍ਹਾਂ ਕਿਸੇ ਨੂੰ ਕਿਡਨੀ ਡਿਜ਼ੀਜ਼ ਹੈ ਜਾਂ ਕਿਸੇ ਨੂੰ ਡਾਇਬਟੀਜ਼ ਹੈ, ਉਹਨਾਂ ਤੋਂ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਜਿਹੜਾ ਉਹ ਜ਼ਿਆਦਾ ਅਗਰੈਸਿਵਲੀ ਕੰਟਰੋਲ ਹੋਏ, ਜਿਹੜਾ ਥੱਲੇ ਵਾਲਾ ਬਲੱਡ ਪ੍ਰੈਸ਼ਰ ਉਹ 80 ਦੇ ਕਰੀਬ ਹੋਏ। ਤਾਂ ਇਹ ਇੰਪੋਰਟੈਂਟ ਹੈ। ਉੱਪਰ ਵਾਲਾ ਜਿਹੜਾ ਅਸੀਂ ਚਾਹੁੰਦੇ 140 ਦੇ ਥੱਲੇ ਹੋਏ। ਪਹਿਲੇ ਅਸੀਂ ਬਿਲੀਵ ਕਰਦੇ ਸੀਗੇ ਕਿ ਜਿਸ ਤਰ੍ਹਾਂ ਉਮਰ ਵੱਧਦੀ ਜਾਂਦੀ ਹੈ ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਵੱਧਦਾ ਹੈ, ਤਾਂ ਇਸ ਕਰਕੇ ਸਾਨੂੰ ਇੰਨਾ ਅਗਰੈਸਿਵਲੀ ਕੰਟਰੋਲ ਕਰਨ ਦੀ ਜ਼ਰੂਰਤ ਨਹੀਂ ਹੈ। ਅੱਜ ਕੱਲ੍ਹ ਅਸੀਂ ਸਮਝਦੇ ਹਾਂ ਕਿ ਦੋਨੋਂ ਬਲੱਡ ਪ੍ਰੈਸ਼ਰ ਇੰਪੋਰਟੈਂਟ ਹੈ, ਉੱਪਰ ਵਾਲਾ ਬਲੱਡ ਪ੍ਰੈਸ਼ਰ ਵੀ ਇੰਪੋਰਟੈਂਟ ਹੈ, ਸਿਸਟੋਲਿਕ ਜਿਹਨੂੰ ਕਹਿੰਦੇ ਆ, ਥੱਲੇ ਵਾਲਾ ਡਾਇਸਟੋਲਿਕ ਵੀ ਇੰਪੋਰਟੈਂਟ ਹੈ। ਤੇ ਉੱਪਰ ਵਾਲੇ ਨੂੰ ਵੀ ਅਸੀਂ ਕਈ ਲੋਕਾਂ ਨੂੰ ਸਿਰਫ ਉੱਪਰ ਵਾਲਾ ਜ਼ਿਆਦਾ ਹੁੰਦਾ ਜਿਹਨੂੰ ਆਈਸੋਲੇਟਿਡ ਸਿਸਟੋਲਿਕ ਹਾਈਪਰਟੈਂਸ਼ਨ ਕਹਿੰਦੇ, ਉਹਨੂੰ ਵੀ ਕੰਟਰੋਲ ਕਰਨ ਦੀ ਜ਼ਰੂਰਤ ਹੈ। ਤਾਂ ਬਾਏ ਐਂਡ ਲਾਰਜ ਅਸੀਂ ਦੇਖੀਏ ਕਿ ਉੱਪਰ ਵਾਲਾ 140 ਤੋਂ ਥੱਲੇ ਹੋਣਾ ਚਾਹੀਦਾ। ਬੜਾ ਐਲਡਰਲੀ ਲੋਕ ਅਗੇ ਤੇ ਥੋੜਾ ਜ਼ਿਆਦਾ ਹੋ ਸਕਦਾ ਹੈ, ਬਟ ਬਹੁਤ ਜ਼ਿਆਦਾ ਨਹੀਂ ਹੈ ਕਿ ਅਸੀਂ ਵੱਡੇ ਸੋ ਇਹ ਏਜ ਰਿਲੇਟਡ ਥੋੜਾ ਅਸਰ ਹੈ, ਜ਼ਿਆਦਾ ਨਹੀਂ ਅਸਰ ਹੈਗਾ ਇਹਦਾ। ਸਰ ਲਾਈਫ ਸਟਾਈਲ 'ਚ ਜੋ ਚੇਂਜਸ ਆਏ ਹੈ, ਖਾਣੇ ਪੀਣੇ ਚੇਂਜਸ ਆਏ, ਤੁਹਾਨੂੰ ਲੱਗਦਾ ਕਿ ਪਹਿਲਾਂ ਬਜ਼ੁਰਗਾਂ ਦੀ ਇੰਨੀ ਲੰਬੀ ਉਮਰ ਸੀ, ਕੋਈ ਬਲੱਡ ਪ੍ਰੈਸ਼ਰ ਨਾਂ ਦੀ ਚੀਜ਼ ਹੀ ਨਹੀਂ ਸੀਗੀ? ਮੇਰੇ ਦਾਦਾ ਗੱਲ ਕਰਦੇ ਹੁੰਦੇ ਸੀ ਬਲੱਡ ਪ੍ਰੈਸ਼ਰ ਸਾਡੇ ਟਾਈਮ ਦਾ ਹੁੰਦਾ ਹੀ ਨਹੀਂ ਸੀ। ਕੀ ਚੇਂਜਸ ਐਨਵਾਇਰਨਮੈਂਟ ਦੇ ਵਿੱਚ, ਲਾਈਫ ਸਟਾਈਲ ਦੇ ਵਿੱਚ ਤੁਸੀਂ ਮੇਜਰ ਦੇਖਦੇ ਹੋ ਜਿਹੜੇ ਬਹੁਤ ਪ੍ਰਭਾਵਿਤ ਕਰ ਰਹੇ ਆ ਬਲੱਡ ਪ੍ਰੈਸ਼ਰ ਨੂੰ? 3 ਚੀਜ਼ਾਂ ਜੀ। ਇੱਕ ਪਹਿਲੀ ਸਾਡੀ ਜਿਹੜੀ ਡਾਈਟ ਹੈ ਜੀ, ਡਾਈਟ ਚੇਂਜ ਹੋ ਗਈ ਜੀ ਸਰ। ਡਾਈਟ ਵਿੱਚ 3-4 ਚੇਂਜਸ ਆਈਆਂ ਜੀ। ਇੱਕ ਚੇਂਜ ਤੇ ਇਹ ਆਈ ਹੈ ਕਿ ਸਾਡਾ ਜਿਹੜਾ ਅਸੀਂ ਕੋਲੇਸਟ੍ਰੋਲ ਰਿਚ ਜਾਂ ਫੈਟ ਰਿਚ ਫੂਡ ਹੈ ਉਹ ਜ਼ਿਆਦਾ ਵੱਧ ਗਿਆ ਸਾਡਾ। ਜੀ ਸਰ। ਦੂਸਰਾ ਸਾਲਟ ਇਨਟੇਕ ਵੱਧ ਗਈ, ਓਕੇ। ਤੀਸਰੀ ਗੱਲ ਹੈ ਅਸੀਂ ਫਾਸਟ ਫੂਡ ਲੈਣਾ ਬੜਾ ਸ਼ੁਰੂ ਕਰਤਾ, ਕਿਉਂਕਿ ਲੋਕ ਬਾਹਰ ਕੰਮ ਕਰਦੇ ਹੈ ਤਾਂ ਫਾਸਟ ਫੂਡ ਚਾਹੇ ਉਹ KFC ਹੋਏ ਜਾਂ ਕੋਈ ਵੀ ਫਾਸਟ ਫੂਡ ਹੋਏ, ਉਹਦੇ ਵਿੱਚ ਸਾਲਟ ਜ਼ਿਆਦਾ ਹੁੰਦਾ ਤੇ ਉਹਦੇ ਵਿੱਚ ਟਰਾਂਸ ਫੈਟਸ ਵੀ ਹੁੰਦੇ, ਉਹ ਟਰਾਂਸ ਫੈਟਸ ਦੇ ਬਾਰੇ ਵੀ ਅਸੀਂ ਗੱਲ ਕਰਾਂਗੇ। ਤਾਂ ਇੱਕ ਤਾਂ ਸਾਡਾ ਜਿਹੜੀ ਵੈਜੀਟੇਬਲ ਸਾਡੀ ਪੁਰਾਣਾ ਸਾਡਾ ਹੁੰਦਾ ਸੀਗਾ ਗ੍ਰੀਨ ਲੀਫੀ ਵੈਜੀਟੇਬਲ ਖਾਣਾ ਜਾਂ ਉਹ ਚੀਜ਼ਾਂ ਖਾਣੀਆਂ ਉਹ ਘਟ ਗਈਆਂ ਜੀ। ਤਾਂ ਇੱਕ ਤਾਂ ਡਾਈਟ ਸਾਡੀ ਜਿਹੜੀ ਹੈ ਉਹ ਡਿਫੈਕਟਿਵ ਹੋ ਗਈ। ਉਹਦਾ ਬਹੁਤ ਚੀਜ਼ਾਂ ਉਹ ਕਿਸ ਤਰੀਕੇ ਨਾਲ ਬਣ ਰਹੀ ਹੈ, ਕੀ ਚੀਜ਼ਾਂ ਉਹਦੇ ਵਿੱਚ ਹੈਗੀਆਂ, ਉਹ ਇੱਕ ਸਾਡੀ ਮੇਜਰ ਸਮੱਸਿਆ ਹੈਗੀ। ਔਰ ਉਹਦੇ ਵਿੱਚ ਕਈ ਚੀਜ਼ਾਂ ਐਸੀ ਵੀ ਯੂਜ਼ ਹੋ ਰਹੀਆਂ, ਉਹਦੇ ਬਾਰੇ ਵੀ ਕੈਨ ਟਾਕ ਸਮ ਅਦਰ ਡੇ, ਕਿ ਜਿਹੜੇ ਸਾਡੇ ਅਸੀਂ ਫਰਟੀਲਾਈਜ਼ਰ ਯੂਜ਼ ਕਰਦੇ ਹਾਂ ਜਾਂ ਪ੍ਰੀਜ਼ਰਵੇਟਿਵ ਯੂਜ਼ ਕਰਦੇ ਹਾਂ ਜਾਂ ਉਹਨੂੰ ਉਹ ਕਰਨ ਵਾਸਤੇ ਫਰੈਸ਼ ਰੱਖਣ ਵਾਸਤੇ ਚੀਜ਼ਾਂ ਯੂਜ਼ ਕਰਦੇ ਹਾਂ, ਉਹਨਾਂ ਦਾ ਵੀ ਅਸਰ ਜਿਹੜਾ ਉਹ ਨੈਗੇਟਿਵ ਹੈ ਜੀ, ਓਕੇ। ਇਸੇ ਗੱਲ ਕਰਕੇ ਅਸੀਂ ਫਰੈਸ਼ ਦੀ ਗੱਲ ਕਰਦੇ ਜੀ। ਪਹਿਲੀ ਗੱਲ ਡਾਈਟ ਦੀ। ਦੂਸਰੀ ਗੱਲ ਐਕਸਰਸਾਈਜ਼ ਦੀ। ਤੁਸੀਂ ਆਪਣੇ ਦਾਦਾ ਜੀ ਦੀ ਗੱਲ ਕੀਤੀ ਜੀ, ਉਹ ਆਪਣੇ ਖੇਤ ਦਾ ਵੀ ਕੰਮ ਕਰਦੇ ਸੀਗੇ, ਬਿਲਕੁਲ, ਉਹ ਜਾ ਕੇ ਸੈਰ ਵੀ ਕਰਦੇ ਸੀਗੇ, ਆਪਣੇ ਪਸ਼ੂ ਵੀ ਚਲਾਉਂਦੇ ਸੀਗੇ, ਉਹਨਾਂ ਨੂੰ ਵੀ ਕਰਾਉਂਦੇ ਸੀਗੇ, ਤੁਰਦੇ ਸੀਗੇ, ਓਕੇ, ਤੇ ਸਾਈਕਲ ਚਲਾਉਂਦੇ ਸੀਗੇ, ਬਿਲਕੁਲ, ਓਕੇ। ਹੁਣ ਕੀ ਹੋ ਗਿਆ? ਹੁਣ ਦੋਨੋਂ ਚੀਜ਼ਾਂ 'ਚ ਫਰਕ ਪੈ ਗਿਆ। ਅਗਰ ਅਸੀਂ ਛੋਟੇ ਬੱਚਿਆਂ ਦੀ ਗੱਲ ਲੈ ਲਈਏ ਤਾਂ ਜਾਂ ਤਾਂ ਮੋਬਾਈਲ ਫੋਨ ਤੇ ਰਹਿੰਦੇ ਆ ਜਾਂ ਲੈਪਟਾਪ ਤੇ ਰਹਿਣਗੇ, ਔਰ ਪੇਰੈਂਟਸ ਵੀ ਕਹਿੰਦੇ ਆ ਕਿ ਤੁਸੀਂ ਅੰਦਰ ਹੀ ਰਹੋ ਜੀ, ਬਾਹਰ ਨਾ ਜਾਓ, ਪੜ੍ਹਾਈ ਕਰੋ, ਟਿਕੇ ਰਹੋ ਅੰਦਰ, ਟਿਕੇ ਰਹੋ। ਤਾਂ ਉਹ ਜਿਹੜਾ ਸਾਡੀ ਐਕਸਰਸਾਈਜ਼ ਜਿਹੜੀ ਹੈ ਉਹ ਦੋ ਕਿਸਮ ਦੀ, ਪਰਸੈਪਟੀਬਲ ਤੇ ਇਨਪਰਸੈਪਟੀਬਲ ਜੀ। ਪਰਸੈਪਟੀਬਲ ਦਾ ਮਤਲਬ ਹੈ ਕਿ ਜਿਹੜਾ ਅਸੀਂ ਐਕਸਰਸਾਈਜ਼ ਕੀਤੀ, ਸਾਨੂੰ ਪਤਾ ਹੈ ਕਿ ਮੈਂ ਅੱਜ ਬ੍ਰਿਸਕ ਵਾਕਿੰਗ ਕੀਤੀ, ਜੋਗਿੰਗ ਕੀਤੀ, ਸਾਈਕਲਿੰਗ ਕੀਤੀ, ਕੋਈ ਗੇਮ ਖੇਲੀ ਜਾਂ ਸੀੜੀਆਂ ਚੜੀਆਂ, ਔਰ ਇਹ ਮੇਰੀ ਪਰਸੈਪਟੀਬਲ ਐਕਸਰਸਾਈਜ਼। ਇਨਪਰਸੈਪਟੀਬਲ ਇਹ ਹੈ ਕਿ ਜੇ ਮੈਂ ਰੂਟੀਨ 'ਚ ਜਿਹੜੇ ਕੰਮ ਕੀਤੇ, ਉਹ ਸਪੋਜ਼ਿੰਗ ਮੈਂ ਹਸਪੀਟਲ ਸੀਗਾ ਜੀ, PGI ਸੀਗਾ, तो 3rd फ्लोर तो 5th फ्लोर मेल मैडिकल वार्ड 5th फ्लोर ते फीमेल मैडिकल वार्ड 3rd फ्लोर ते, और 3rd तो 5th ते 200 चक्कर में दिन दे ला देते। तो वो इम्परसेप्टिबल एक्सरसाइज है। सिमिलरली ਤੁਹਾਡੇ ਘਰ ਵਿੱਚ ਵੀ ਪਹਿਲੇ ਕੋਈ ਸਰਵੈਂਟ ਨਹੀਂ ਸੀਗੇ, ਆਫਿਸ 'ਚ ਤੁਹਾਡਾ ਕੋਈ GDA ਨਹੀਂ ਸੀਗਾ, ਕਲਾਸ 4 ਨਹੀਂ ਸੀਗਾ, ਹੁਣ ਉਹ ਤੁਹਾਡੇ ਘਰ ਵੀ ਸਰਵੈਂਟ ਆ ਗਏ, GDA ਵੀ ਆ ਗਿਆ ਆਫਿਸ ਵਿੱਚ। ਹੁਣ ਤੁਸੀਂ ਕੰਮ ਕਰਦੇ ਨਹੀਂ, ਤੁਸੀਂ ਅਖਬਾਰ ਚੁੱਕਣ ਵਾਸਤੇ ਵੀ ਆਪਣਾ ਬੰਦਾ ਭੇਜ ਦਿੰਦੇ ਹੋ, ਤੁਸੀਂ ਫ੍ਰਿਜ ਤੋਂ ਕੁਝ ਨਿਕਾਲਣਾ ਉਹ ਵੀ ਕੋਈ ਬੰਦਾ ਭੇਜ ਦਿੰਦੇ ਹੋ, ਜਾਂ ਤੁਸੀਂ ਆਪਣੇ ਆਫਿਸ 'ਚ ਬੈਠੇ ਹੋ ਫਾਈਲ ਉਠਾਣੀ ਆ ਉਹ ਵੀ ਬੰਦਾ ਭੇਜ ਦਿੰਦੇ ਹੋ। ਇਹ ਇਮਪਰਸੈਪਟੀਬਲ ਐਕਸਰਸਾਈਜ਼। ਸੋ ਦੋਨੋਂ ਪਰਸੈਪਟੀਬਲ ਐਕਸਰਸਾਈਜ਼ ਵੀ ਸਾਡੀ ਘਟ ਗਈ
ਤੇ ਇੰਪਰਸੈਪਟੇਬਲ ਐਕਸਰਸਾਈਜ਼ ਵੀ ਘਟ ਗਈ। ਸੋ ਐਕਸਰਸਾਈਜ਼ ਹੈਜ਼ ਬਿਕਮ ਨਿਲ। ਉਹ ਜਿਹਨੂੰ ਕਹਿੰਦੇ ਨਾ ਅਸੀਂ ਕਾਊਚ ਪੋਟੈਟੋ ਬਣ ਗਏ ਆ, ਉਹ ਇਹ ਸਾਡੀ ਇੱਕ ਪ੍ਰੋਗਰੈਸ ਦਾ ਇੱਕ ਬੈਡ ਸਾਈਡ ਇਫੈਕਟ ਹੈ, ਇੱਕ ਸਾਈਡ ਇਫੈਕਟ ਹੈ। ਬਿਲਕੁਲ, ਕਿ ਅਸੀਂ ਇਕਨੋਮਿਕਲੀ ਪ੍ਰੋਗਰੈਸ ਕੀਤਾ ਜਾਂ ਲਾਈਫ ਵਿੱਚ ਪ੍ਰੋਗਰੈਸ ਕੀਤਾ ਜਾਂ ਸਾਡੀ ਉਮਰ 'ਚ ਵਧੀ ਹੈ, ਤੇ ਉਹਦੇ ਨਾਲ ਸਾਡਾ ਕਿਉਂਕਿ ਇਹ ਸਾਰੀ ਚੀਜ਼ਾਂ ਚਲੀ ਗਈਆਂ। ਉਹ ਲੋਕ ਸਾਡੇ ਵਾਸਤੇ ਕੰਮ ਕਰਦੇ, ਅਸੀਂ ਨਹੀਂ ਕਰਦੇ, ਬਟ ਉਹ ਸਾਡੀ ਹੈਲਥ ਨੂੰ ਇਫੈਕਟ ਕਰ ਰਿਹਾ ਜੀ। ਤਾਂ ਇਹ ਐਕਸਰਸਾਈਜ਼ ਵੱਧ ਘਟ ਗਈ। ਤੀਜੀ ਚੀਜ਼ ਹੈ ਸਟ੍ਰੈਸ ਦੀ। ਜੀ, ਸਟ੍ਰੈਸ ਜਿਹੜਾ ਉਹ ਵੱਧ ਗਿਆ। ਸਟ੍ਰੈਸ ਸਾਡੀ ਪਰਸਨਲ ਲਾਈਫ 'ਚ ਵੱਧ ਗਿਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਾਰੀ ਚੀਜ਼ਾਂ ਬੜੀ ਜਲਦੀ ਮਿਲ ਜਾਣ, ਜਿਹਦੇ 'ਚ ਕੋਈ ਬੁਰਾਈ ਨਹੀਂ ਹੈਗੀ ਹੈ, ਬਟ ਉਹਨੂੰ ਪਲੈਨਿੰਗ ਕਰਨ ਦੀ ਜ਼ਰੂਰਤ ਹੈ। ਦੂਸਰੀ ਗੱਲ ਹੈ ਕਿ ਅਸੀਂ ਸਾਡੇ ਲਾਈਫ ਪਹਿਲੇ ਸਾਡੇ ਜੁਆਇੰਟ ਫੈਮਲੀਜ਼ ਹੁੰਦੀਆਂ ਸੀ, ਬਿਲਕੁਲ, ਉਹ ਨਿਊਕਲੀਅਰ ਫੈਮਲੀਜ਼ ਬਣ ਗਈਆਂ, ਉਹਦੇ ਵਿੱਚ ਸਟ੍ਰੈਸਿਸ ਆ ਗਏ। ਪ੍ਰੋਫੈਸ਼ਨਲ ਲਾਈਫ 'ਤੇ ਕੰਮ ਕਰਨ 'ਤੇ ਐਕਸਪੈਕਟੇਸ਼ਨ ਵੱਧ ਗਈਆਂ, ਡੈਡਲਾਈਨਸ ਵੱਧ ਗਈਆਂ ਕਿ ਅਸੀਂ 15 ਦਿਨ 'ਚ ਦੇਣਾ ਹੈ, ਅਸੀਂ ਇਹ ਟਾਰਗੇਟ ਮੀਟ ਕਰਨਾ ਹੈ, ਅਸੀਂ ਉਸ ਕੰਪਨੀ ਨਾਲ ਕੰਪੀਟ ਕਰਨਾ, ਅਸੀਂ ਕੁਆਟਰ ਟੂ ਕੁਆਟਰ ਰਿਜ਼ਲਟ ਦੇਣਾ, ਮੈਂ ਪ੍ਰੈਜੈਂਟੇਸ਼ਨ ਕਰਨੀ ਹੈ ਆਪਣੇ ਬਾਸ ਵਾਸਤੇ, ਉਹਦੇ ਕੰਪਿਊਟਰ 'ਤੇ PPT 'ਤੇ ਪ੍ਰੈਜੈਂਟੇਸ਼ਨ ਕਰਨੀ ਹੈ। ਇਹ ਸਾਰੀਆਂ ਪ੍ਰੋਫੈਸ਼ਨਲ ਸਾਡੇ ਸਟ੍ਰੈਸ ਲੈਵਲ ਵੱਧ ਗਏ। ਤਾਂ ਪਰਸਨਲ ਲਾਈਫ 'ਚ ਵੱਧ ਗਿਆ, ਪ੍ਰੋਫੈਸ਼ਨਲ ਲਾਈਫ 'ਚ ਵੱਧ ਗਿਆ, ਔਰ ਸਾਡਾ ਜਿਹੜਾ ਸੋਸ਼ਲ ਸਟਰਕਚਰ ਹੈ ਉਹ ਥੋੜ੍ਹਾ ਬਦਲ ਗਿਆ। ਜੀ, ਪਹਿਲੇ ਸਾਡੇ ਤੁਹਾਨੂੰ ਆਪਣੇ ਦਾਦਾ ਜੀ ਦੀ ਤੁਸੀਂ ਗੱਲ ਕੀਤੀ, ਤੇ ਗਾਂਵ ਦੇ ਪੇੜ 'ਚ, ਪੀਪਲ ਦੇ ਪੇੜ ਦੇ ਥੱਲੇ 4 ਬੰਦੇ ਬੈਠਣਗੇ, 6 ਬੰਦੇ ਬੈਠਣਗੇ, ਡਿਸਕਸ ਕਰਨਗੇ, ਕਿਧਰੇ ਹੋਰ ਸੋਸ਼ਲ ਗੈਦਰਿੰਗ ਵਿੱਚ ਜਾਣਗੇ, ਡਿਸਕਸ ਕਰਨਗੇ ਆਪਣੇ। ਉਹ ਚੀਜ਼ਾਂ ਘਟ ਗਈਆਂ। ਅਸੀਂ ਹੁਣ ਆਪਣੇ ਇਕੱਲੇਪਨ 'ਚ ਆ ਗਏ ਹਾਂ। ਡੱਬਾਬੰਦ ਲਾਈਫ ਹੋ ਗਈ, ਡੱਬਾਬੰਦ ਲਾਈਫ ਹੋ ਗਈ, ਸਾਡੀ ਫੈਮਿਲੀ 'ਚ ਵੀ ਹੋ ਗਈ, ਪਰਸਨਲ ਲਾਈਫ 'ਚ ਵੀ ਹੋ ਗਈ। ਅਸੀਂ ਕਿਸੇ ਨਾਲ ਕੁਝ ਆਪਣਾ ਨਾ ਸੁੱਖ ਸ਼ੇਅਰ ਕਰਦੇ ਆ, ਨਾ ਦੁੱਖ ਸ਼ੇਅਰ ਕਰਦੇ ਆ। ਓਕੇ, ਮੈਸੇਜ ਭੇਜਿਆ ਤੇ ਗੱਲ ਖਤਮ ਹੋ ਗਈ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵੱਧ ਕੇ ਸਾਡੇ ਲਾਈਫ ਵਿੱਚ ਸਟ੍ਰੈਸ ਪ੍ਰੋਡਿਊਸ ਕਰ ਰਹੇ, ਪਰਸਨਲ ਲਾਈਫ 'ਤੇ ਵੀ ਤੇ ਪ੍ਰੋਫੈਸ਼ਨਲ ਲਾਈਫ 'ਤੇ। ਸੋ ਡਾਈਟ, ਐਕਸਰਸਾਈਜ਼ ਐਂਡ ਸਟ੍ਰੈਸ ਲੈਵਲ, ਇਹ ਤਿੰਨਾਂ ਦਾ ਅਸੀਂ ਅਗਰ ਖਿਆਲ ਕਰਾਂਗੇ ਤੇ ਇਹਦੇ ਨਾਲ ਸਾਰੇ ਰਿਸਕ ਫੈਕਟਰ, ਬਲੱਡ ਪ੍ਰੈਸ਼ਰ ਵੱਧਦਾ, ਡਾਇਬਟੀਜ਼ ਦੇ ਚਾਂਸਿਸ ਹੁੰਦੇ ਹੈ, ਕੋਲੇਸਟ੍ਰੋਲ ਦੀ ਪ੍ਰੋਬਲਮ ਆਉਂਦੀ ਹੈ, ਓਬੈਸਿਟੀ ਹੁੰਦੀ ਹੈ, ਤੇ ਫਿਰ ਅਲਟੀਮੇਟਲੀ ਹਾਰਟ ਦੀ ਪ੍ਰੋਬਲਮ ਵੱਧਦੀ ਹੈ। ਇਹਨਾਂ ਨੂੰ ਸਾਰਿਆਂ ਨੂੰ ਅਸੀਂ ਲਾਈਫ ਸਟਾਈਲ ਡਿਜ਼ੀਜ਼ ਕਹਿੰਦੇ ਆ। ਇਹ ਲਾਈਫ ਸਟਾਈਲ, ਡਾਈਟ, ਐਕਸਰਸਾਈਜ਼ ਔਰ ਸਟ੍ਰੈਸ, ਅਗਰ ਇਹਨਾਂ ਤਿੰਨਾਂ ਨੂੰ ਅਸੀਂ ਰਿਵਰਸ ਕਰ ਪਾਵਾਂਗੇ ਤੇ ਅਸੀਂ ਇਹਦੇ ਤੇ ਜਿੱਤ ਪਾ ਲਾਂਗੇ। ਇੱਕ ਜਾਣਕਾਰੀ ਜੋ ਸਟੰਟ ਸ਼ਬਦ ਬਹੁਤ 5-7 ਸਾਲ ਤੋਂ ਆਇਆ, ਬਹੁਤ ਹੁਣ ਤਾਂ ਕਾਮਨ ਹੋ ਗਿਆ। ਕੀ ਚੀਜ਼ ਹੈ ਸਟੰਟ ਹੈ ਜਿਹੜਾ, ਕਿਸ ਤਰ੍ਹਾਂ ਦੇ ਬੰਦਿਆਂ ਨੂੰ ਪਾਇਆ ਜਾਂਦਾ ਹੈ, ਤੇ ਇਹਨੂੰ ਓਵਰਆਲ ਦੇਖੀਏ ਤੇ ਲਾਈਫ ਕਿੰਨੀ ਕੁ ਹੈ? ਦੇਖੋ, ਸਭ ਤੋਂ ਪਹਿਲੇ ਤਾਂ ਅਸੀਂ ਬਲੌਕੇਡ ਦੀ ਗੱਲ ਕਰ ਰਹੇ ਸੀ ਕਿ ਦਿਲ ਦੀ ਨਾੜੀ ਵਿੱਚ ਬਲੌਕੇਡ ਹੋ ਗਿਆ, 70% ਤੋਂ ਜ਼ਿਆਦਾ ਬਲੌਕੇਡ ਹੋ ਗਿਆ, ਉਸ ਕਰਕੇ ਰੁਕਾਵਟ ਆ ਗਿਆ। ਹੁਣ ਦਿਲ ਦੀ ਬਿਮਾਰੀਆਂ ਜਿਹੜੀਆਂ 3 ਕਿਸਮ ਦੀ ਪ੍ਰੈਜੈਂਟੇਸ਼ਨ ਕਰਦੀਆਂ। ਇੱਕ ਹੈ ਜਿਹਨੂੰ ਅਸੀਂ ਕਹਿੰਦੇ ਸਟੇਬਲ ਕੋਰੋਨਰੀ ਆਰਟਰੀ ਡਿਜ਼ੀਜ਼, ਕਿ ਪੇਸ਼ੈਂਟ ਨੂੰ ਐਕਟੀਵਿਟੀ ਕਰਦਾ, 3-4 ਕਿਲੋਮੀਟਰ ਚੱਲਦਾ, 2 ਕਿਲੋਮੀਟਰ ਚੱਲਦਾ, ਉਹਨੂੰ ਸਾਹ ਚੜਦਾ ਜਾਂ ਛਾਤੀ ਦਰਦ ਹੁੰਦੀ ਹੈ ਤਾਂ ਉਹ ਰੁਕ ਜਾਂਦਾ। ਓਕੇ, ਇਹ ਉਹਨੂੰ ਮਹੀਨੋਂ ਸਾਲੋਂ ਚੱਲਦੀ ਰਹਿੰਦੀ ਹੈ। ਜਾਂ ਉਹਨੇ TMT ਕਰਾਇਆ ਜਾਂ ਕੋਈ ਹੋਰ ਸਟ੍ਰੈਸ ਟੈਸਟ ਕਰਾਇਆ, ਸਟ੍ਰੈਸ ਥੈਲੇਮ ਕਰਾਇਆ ਜਾਂ ਸਟ੍ਰੈਸ ਇਕੋਕਾਰਡੀਓਗ੍ਰਾਫੀ ਕਰਾਈ, ਤਾਂ ਜਿਸਲੇ ਹਾਰਟ ਦੀ ਰਿਕੁਆਇਰਮੈਂਟ ਅਸੀਂ ਵਧਾਈ, ਉਸ ਵੇਲੇ ਸਾਨੂੰ ਪਤਾ ਲੱਗਿਆ ਕਿ ਦਿਲ ਦੀ ਨਾੜੀ ਵਿੱਚ ਬਲੌਕੇਡ ਹੈ। ਇਹਨੂੰ ਅਸੀਂ ਕਹਿੰਦੇ ਸਟੇਬਲ ਕੋਰੋਨਰੀ ਆਰਟਰੀ ਡਿਜ਼ੀਜ਼ ਜਾਂ ਸਟੇਬਲ ਐਂਜਾਈਨਾ ਜਾਂ ਸਟੇਬਲ ਕੋਰੋਨਰੀ ਆਰਟਰੀ ਡਿਜ਼ੀਜ਼। ਦੂਸਰਾ ਜਿਹਨੂੰ ਅਸੀਂ ਕਹਿੰਦੇ ਅਨਸਟੇਬਲ ਕੋਰੋਨਰੀ ਆਰਟਰੀ। ਜੀ, ਅਨਸਟੇਬਲ ਦਾ ਮਤਲਬ ਹੈ ਕਿ ਇਹ ਸਿੰਪਟਮ ਵੱਧ ਗਏ ਜਾਂ ਚੇਂਜ ਹੋ ਗਏ, ਕਿ ਪਹਿਲੇ 3 ਕਿਲੋਮੀਟਰ 'ਚ ਹੁੰਦਾ ਸੀ, ਹੁਣ 2 ਕਿਲੋਮੀਟਰ 'ਚ ਹੋ ਜਾਂਦਾ, ਪਹਿਲੀ ਗੱਲ। ਦੂਸਰੀ ਗੱਲ ਇਹ ਹੈ ਕਿ ਜਦੋਂ ਹੁੰਦਾ ਹੈ ਤਾਂ ਉਹ ਥੋੜ੍ਹੀ ਦੇਰ ਜ਼ਿਆਦਾ ਰਹਿੰਦਾ ਜੀ, ਜਾਂ ਕਈ ਵਾਰੀ ਮੈਨੂੰ 1.5 ਕਿਲੋਮੀਟਰ 'ਚ ਚੜ੍ਹਨ 'ਤੇ ਦਿੱਕਤ ਹੁੰਦੀ ਹੈ, ਕਈ ਵਾਰੀ ਅੱਧਾ ਕਿਲੋਮੀਟਰ ਚੜ੍ਹਨ 'ਤੇ ਹੁੰਦੀ ਹੈ। ਇਹ ਚੇਂਜ ਹੋ ਗਿਆ, ਵੇਰੀਏਬਲ ਥ੍ਰੈਸ਼ੋਲਡ ਐਂਜਾਈਨਾ ਹੋ ਗਿਆ। ਜਾਂ ਬੈਠੇ ਬੈਠੇ ਹੋ ਗਿਆ, ਮੈਂ ਕੰਮ ਕੋਈ ਕੀਤਾ ਨਹੀਂ, ਕੋਈ ਐਕਟੀਵਿਟੀ ਕੀਤੀ ਨਹੀਂ, ਤਾਂ ਮੈਨੂੰ ਐਂਜਾਈਨਾ ਲਾਈਕ ਸਿੰਪਟਮਸ ਆ ਗਏ। ਜਾਂ ਇਹ ਸਾਰੇ ਜਿਹੜੇ ਅਨਸਟੇਬਲ ਐਂਜਾਈਨਾ। ਤੀਜਾ ਹੈ ਹਾਰਟ ਅਟੈਕ। ਇਹ 3 ਪ੍ਰੈਜੈਂਟੇਸ਼ਨ ਕੋਰੋਨਰੀ ਆਰਟਰੀ ਡਿਜ਼ੀਜ਼ ਦੀ। ਹੁਣ ਬਲੌਕੇਡ ਦਾ ਅਸੀਂ ਇਲਾਜ ਕਰਨਾ 3 ਤਰੀਕੇ ਨਾਲ ਇਲਾਜ ਕਰ ਸਕਦੇ ਹਾਂ, ਚੌਥੇ 4 ਤਰੀਕੇ ਨਾਲ। ਪਹਿਲਾ ਤੇ ਲਾਈਫ ਸਟਾਈਲ, ਅਗਰ ਲਾਈਫ ਸਟਾਈਲ ਮੋਡੀਫਿਕੇਸ਼ਨ ਉਹ ਸਾਰੀ ਦੇ ਰਹੂਗੀ। ਸਾਡੇ ਤਿੰਨੋਂ ਚੀਜ਼ਾਂ ਦਾ ਸਟ੍ਰੈਸ ਲੈਵਲ ਘੱਟ ਕਰਨ ਦੇ ਉਹਦੀ ਬਾਰੇ ਗੱਲ ਕਰਾਂਗੇ ਕਿ ਇੱਕ ਤੇ ਅਸੀਂ ਲਾਈਫ ਸਟਾਈਲ ਚੇਂਜ ਕਰਨੀ ਹੈ, ਦੂਸਰਾ ਅਸੀਂ ਮੈਡੀਸਨ ਨਾਲ ਇਲਾਜ ਕਰ ਸਕਦੇ ਹਾਂ। ਅੱਜ ਕੱਲ੍ਹ ਬੜੀ ਚੰਗੀਆਂ ਮੈਡੀਸਨ ਆਈਆਂ, ਕੁਝ ਬਲੱਡ ਥਿਨਰਸ ਹੁੰਦੇ ਹਨ, ਕੁਝ ਸਟੈਟਿਨਸ ਹੁੰਦੀਆਂ ਹਨ, ਕੁਝ ਹਾਰਟ ਦੀ ਰਿਕੁਆਇਰਮੈਂਟ ਘੱਟ ਕਰਨ ਵਾਲੇ ਹੁੰਦੀਆਂ ਹਨ। ਇਹ ਸਾਰੀਆਂ ਦਵਾਈਆਂ ਜਿਹੜੀਆਂ ਉਹ ਬੜੀਆਂ ਅੱਛੀਆਂ ਦੁਨੀਆ ਵਿੱਚ ਬਣ ਗਈਆਂ ਹਨ, ਜਿਹੜੇ ਸਿੰਪਟਮਸ ਕੰਟਰੋਲ ਕਰ ਸਕਦੇ, ਬਿਮਾਰੀ ਦੀ ਪ੍ਰੋਗਰੈਸ ਦੀ ਰੁਕਾਵਟ ਕਰ ਸਕਦੇ। ਤੀਸਰੀ ਚੀਜ਼ ਹੈ ਕਿ ਅਸੀਂ ਬਲੌਕੇਡ ਨੂੰ ਖੋਲੀਏ, ਉਹਨੂੰ ਅੰਦਰੋਂ ਜਾ ਕੇ ਉਹਦੀ ਖੋਲ ਦਈਏ। ਜਿਹੜਾ ਬਲੌਕੇਡ ਹੈ ਉਹਨੂੰ ਅਸੀਂ ਖੋਲ ਦਈਏ। ਇਹਨੂੰ ਅਸੀਂ ਕਹਿੰਦੇ ਐਂਡੋਵਾਸਕੂਲਰ ਟ੍ਰੀਟਮੈਂਟ, ਕਿ ਨਾੜੀ ਦੇ ਅੰਦਰੋਂ ਜਾ ਕੇ ਅਸੀਂ ਇਲਾਜ ਕੀਤਾ। ਹੁਣ ਇਲਾਜ ਬਲੌਕੇਜ ਕਰਨ ਦਾ ਇਹ ਤਰੀਕਾ ਕਿ ਅਸੀਂ ਬੈਲੂਨ ਕਰਕੇ ਉਹਨੂੰ ਖੋਲ ਦਿੰਦੇ ਹਾਂ, ਜਿਹਨੂੰ ਬੈਲੂਨ ਐਂਜੀਓਪਲਾਸਟੀ ਕਹਿੰਦੇ। ਪਹਿਲੇ ਅਸੀਂ ਸਿਰਫ ਬੈਲੂਨ ਐਂਜੀਓਪਲਾਸਟੀ ਕਰਦੇ ਸੀਗੇ। ਹੁਣ ਬੈਲੂਨ ਐਂਜੀਓਪਲਾਸਟੀ ਤੋਂ ਬੜੇ ਅੱਛੇ ਰਿਜ਼ਲਟ ਨਹੀਂ ਆਉਂਦੇ, ਦੁਬਾਰਾ ਬਲੌਕੇਜ ਹੋ ਜਾਂਦਾ।
ਜਾਂ ਕਈ ਵਾਰੀ ਐਮਰਜੈਂਸੀ ਪੈ ਜਾਂਦੀ ਹੈ ਜੀ, ਸਰਜਰੀ ਕਰਾਉਣ ਦੀ ਜ਼ਰੂਰਤ ਪੈ ਜਾਂਦੀ ਹੈ, ਕੰਪਲਿਕੇਸ਼ਨ ਹੋ ਜਾਂਦੀ ਨਾੜੀ ਵਿੱਚ, ਤਾਂ ਉਹਦਾ ਇਲਾਜ ਕਰਨ ਵਾਸਤੇ ਸਟੈਂਟਸ ਬਣੇ ਕਿ ਅਸੀਂ ਬੈਲੂਨ ਐਂਜੀਓਪਲਾਸਟੀ ਕਰੀਏ ਤੇ ਉੱਥੇ ਇੱਕ ਮਕੈਨੀਕਲ ਸਕੈਫੋਲਡ ਲਾ ਦਈਏ ਤਾਂ ਕਿ ਉਹ ਬਲੌਕੇਜ ਦੁਬਾਰਾ ਨਾ ਹੋਏ, ਨਾੜੀ ਖੁੱਲੀ ਰਹੇ ਤੇ ਲੌਂਗ ਟਰਮ ਤੇ ਖੁੱਲੀ ਰਹੇ, ਲਾਈਕ ਰਿੰਗ ਟਾਈਪ। ਹਾਂ, ਰਿੰਗ ਟਾਈਪ ਸੇ ਬੜਾ ਪਤਲੀ ਜਿਹੀ ਚੀਜ਼ ਹੁੰਦੀ ਹੈ, 80 ਮਾਈਕਰੋਨਸ ਦੇ ਜਾਂ 60 ਮਾਈਕਰੋਨਸ ਦੇ ਵੀ ਸਟੈਂਟਸ ਆਉਂਦੇ ਆ। 60 ਮਾਈਕਰੋਨ ਤੁਸੀਂ ਇਮੇਜਿਨ ਕਰਦੇ ਹੋ ਕਿੰਨਾ ਹੁੰਦਾ ਜੀ, ਤੇ ਸਕੈਫੋਲਡ ਜਿਹਾ ਹੁੰਦਾ, ਤੇ ਉਹ ਤੁਹਾਨੂੰ ਦੱਸ ਵੀ ਦਿਆਂਗੇ ਅਸੀਂ, ਵੀ ਵਿਲ ਸ਼ੋ ਯੂ ਆਲਸੋ ਜੀ। ਤੇ ਉਹ ਅਸੀਂ ਬੈਲੂਨ ਦੇ ਉੱਪਰ ਲੱਗਿਆ ਹੁੰਦਾ, ਤੇ ਉਹਨੂੰ ਅਸੀਂ ਜਾ ਕੇ ਉੱਥੇ ਲਗਾ ਦਿੱਤਾ। ਓਕੇ, ਇਟਸ ਲਾਈਕ ਅ ਮੈਸ਼, ਤੇ ਉਹ ਉੱਥੇ ਰਹਿੰਦਾ ਤੇ ਥੋੜੀ ਦੇਰ ਦੇ ਬਾਅਦ ਉਹਦੇ ਉੱਪਰ ਮੈਂਬਰੇਨ ਗਰੋ ਹੋ ਜਾਂਦੀ, ਤੇ ਉਹ ਪਾਰਟ ਆਫ ਆਈਕਨ। ਤੇ ਤੁਹਾਡੇ ਮਨ 'ਚ ਸਵਾਲ ਆ ਰਿਹਾ ਹੋਏਗਾ ਕਿ ਅਸੀਂ ਸਟੈਂਟ ਉੱਥੇ ਲਾ ਦਿੱਤਾ ਤੇ ਪਰਮਾਨੈਂਟ ਕਿਉਂ ਲਗਾਇਆ ਜੀ, ਤੇ ਅਸੀਂ ਕੋਈ ਟੈਂਪਰੇਰੀ ਕਿਉਂ ਨਹੀਂ ਲਗਾਇਆ ਜੀ, ਅਸੀਂ ਖੋਲ ਤੇ ਦਿੱਤਾ ਨਾੜੀ ਨੂੰ। ਤਾਂ ਉਹਦੇ ਤਿੰਨ ਚੀਜ਼ ਕਿ ਅਸੀਂ ਚਾਹੁੰਦੇ ਹਾਂ ਕਿ ਇੱਕ ਨਾੜੀ ਪੂਰੀ ਖੁੱਲੀ ਰਹੇ, ਦੂਸਰਾ ਦੁਬਾਰਾ ਬਲੌਕੇਜ ਦੇ ਚਾਂਸਸ ਘੱਟ ਹੋ ਜਾਣ। ਤਾਂ ਉਹਦੇ ਵਾਸਤੇ ਕੀ ਕਰਦੇ ਆ ਅਸੀਂ ਕਿ ਇਸ ਜਿਹੜਾ ਸਟੈਂਟ ਹੈ ਉਹਦੇ ਉੱਪਰ ਥੋੜੀ ਮੈਡੀਸਨ ਲੱਗੀ ਹੁੰਦੀ ਹੈ। ਅੱਛਾ ਜੀ। ਇੱਕ ਪੋਲੀਮਰ ਲੱਗਿਆ ਹੁੰਦਾ ਜਾਂ ਬਿਨਾਂ ਪੋਲੀਮਰ ਦੇ ਮੈਡੀਸਨ ਲੱਗੀ ਹੁੰਦੀ ਹੈ, ਜਿਹੜੀ ਆਸਤਾ ਆਸਤਾ ਉੱਥੇ ਰਿਲੀਜ਼ ਹੁੰਦੀ ਰਹਿੰਦੀ ਹੈ ਤਾਂ ਕਿ ਬਲੌਕੇਜ ਦੁਬਾਰਾ ਨਾ ਹੋਏ। ਤਾਂ ਅਸੀਂ ਚਾਹੁੰਦੇ ਕਿ ਸਟੈਂਟ ਥੋੜੀ ਦੇਰ ਰਹੇ, ਐਟਲੀਸਟ 6 ਮਹੀਨੇ ਸਾਲ ਰਹੇ। ਤਾਂ ਇਹ ਪਰਪਸ ਹੈ ਸਟੈਂਟ ਲਗਾਉਣ ਦਾ। ਇੱਕ ਲੱਗਿਆ, ਦੋ ਲੱਗਿਆ, ਚਲੇ ਜਾਂਦਾ ਨਾ, ਮੈਂ ਉਹ ਨਹੀਂ ਕਿਹਾ, ਅੱਛਾ। ਮੈਂ ਕਿਹਾ ਕਿ ਪਰਪਸ ਇਹ ਹੈ ਸਟੈਂਟ ਦਾ ਕਿ ਅਸੀਂ ਨਹੀਂ ਦੇਰ ਚਾਹੀਦਾ। ਬਟ ਅਸੀਂ ਕੋਸ਼ਿਸ਼ ਕੀਤੀ, ਇੰਡਸਟਰੀ ਨੇ ਕੋਸ਼ਿਸ਼ ਕੀਤੀ, ਇਨੋਵੇਸ਼ਨ ਹੋਈ ਕਿ ਅਗਰ ਐਸਾ ਅਸੀਂ ਸਟੈਂਟ ਬਣਾਈਏ ਜਿਹੜਾ ਥੋੜੇ ਮਹੀਨਿਆਂ ਬਾਅਦ ਜਾਂ ਸਾਲਾਂ ਬਾਅਦ, 2-3 ਸਾਲਾਂ ਬਾਅਦ ਐਬਜ਼ੌਰਬ ਹੋ ਜਾਏ, ਤਾਂ ਉੱਥੇ ਰਹੇ ਨਹੀਂ, ਉਹਨੇ ਆਪਣਾ ਕੰਮ ਕਰਤਾ, ਨਾੜੀ ਖੁੱਲ ਗਈ, ਮੈਡੀਸਨ ਰਿਲੀਜ਼ ਹੋ ਗਈ, ਦੁਬਾਰਾ ਬਲੌਕੇਜ ਨਹੀਂ ਹੋ ਰਿਹਾ, ਤੇ ਉਹ ਆਪਣੇ ਆਪ ਰਿਲੀਜ਼ ਐਬਜ਼ੌਰਬ ਹੋ ਜਾਏ। ਬਟ ਉਹ ਟੈਕਨੋਲੋਜੀ ਥੋੜੀ ਦੇਰ ਵਾਸਤੇ ਆਈ, ਬਟ ਅਜੇ ਉਹ ਦੁਬਾਰਾ ਪ੍ਰੋਗਰੈਸ 'ਚ ਆ ਰਹੀ, ਕੋਈ ਥੋੜੀ ਜਿਹੀ ਲਿਮਿਟੇਸ਼ਨ ਅਗੇਨ ਬਟ ਆ ਜਾਊਗੀ। ਉਹਨੂੰ ਅਸੀਂ ਕਹਿੰਦੇ ਐਬਜ਼ੌਰਬੇਬਲ ਸਟੈਂਟਸ ਜੀ। ਤਾਂ ਸਟੈਂਟ ਜਿਹੜਾ ਇਹ ਉਹਦੇ ਕੰਮ ਇਹ ਹੈ ਕਿ ਨਾੜੀ ਨੂੰ ਖੁੱਲਾ ਰੱਖੇ, ਦੁਬਾਰਾ ਬਲੌਕੇਜ ਨਾ ਹੁੰਦੇ, ਉਹ ਡਰਗ ਡਿਲੀਵਰੀ ਕਰੇ ਜੀ। ਇਹ ਸਟੈਂਟਸ ਦੇ ਕੰਮ ਹੋਏ। ਉਹ 1 ਲੱਗਿਆ, 2 ਲੱਗਿਆ, 3 ਲੱਗਿਆ, ਕਿੱਥੇ ਕਿੱਥੇ ਬਲੌਕੇਜ ਹੈ ਉੱਥੇ ਲਗਾਉਂਦੇ। ਕਿੰਨੇ ਲੱਗ ਸਕਦੇ ਇੱਕ ਬੰਦੇ ਦੇ? ਦੇਖੋ ਦੁਨੀਆ ਭਰ 'ਚ ਤੇ ਮਲਟੀਪਲ ਸਟੇजेस ਕਾਫੀ ਲੱਗ ਸਕਦੇ ਆ, ਬਟ ਇਹ ਕੋਈ ਉਹ ਨਹੀਂ ਹੈਗਾ ਕਿਉਂਕਿ ਇਸ ਸਟੈਂਟ ਦੀ ਲੈਂਥ ਵੇਰੀਏਬਲ ਹੈ। ਡਾਇਮੀਟਰ ਜਿਹੜਾ ਉਹ ਤੁਸੀਂ ਸਮਝ ਸਕਦੇ ਹੋ ਕਿ 2.25 ਮਿਲੀਮੀਟਰ ਤੋਂ ਲੈ ਕੇ 4.5 ਮਿਲੀਮੀਟਰ ਤੱਕ ਡਾਇਮੀਟਰ ਹੈ ਉਹਦਾ। ਲੈਂਥ ਜਿਹੜੀ ਹੈ ਉਹਦੀ 8 ਮਿਲੀਮੀਟਰ ਤੋਂ ਲੈ ਕੇ 48 ਮਿਲੀਮੀਟਰ ਤੱਕ ਹੈ। ਅੱਛਾ ਜੀ। ਕਈ ਐਸੇ ਵੀ ਹੈ ਜਿਹੜੇ 60 ਮਿਲੀਮੀਟਰ ਵੀ ਆਉਂਦੇ ਆ, ਬਟ ਲੰਬੇ ਸਟੈਂਟ ਹੈਗੇ। ਹੁਣ ਦੋ ਸਵਾਲ ਹੈ ਕਿ ਇੱਕ 'ਚ ਕਿੰਨੀ ਵਾਰੀ ਲੱਗ ਸਕਦਾ, ਕੋਈ ਲਿਮਿਟੇਸ਼ਨ ਨਹੀਂ ਗਈ, ਬਟ ਕੋਸ਼ਿਸ਼ ਇਹ ਕੀਤੀ ਜਾਂਦੀ ਕਿ ਜਿੰਨੇ ਘੱਟ ਲੱਗਣ ਉਨਾ ਠੀਕ ਰਹੇ, ਕਿ 1, 2, 3, 4 ਉਹਦੇ ਵਿੱਚ ਜਿਹੜਾ ਠੀਕ ਠਾਕ ਹੋ ਜਾਏ ਮਰੀਜ਼। ਤਾਂ ਇਹ ਸਟੈਂਟ ਦਾ ਕੰਮ ਹੈ। ਦੂਸਰਾ ਚੌਥਾ ਤਰੀਕਾ ਜਿਹੜਾ ਅਸੀਂ ਤੁਹਾਨੂੰ ਇਲਾਜ ਦਾ ਦੱਸ ਰਹੇ ਸੀਗੇ, ਉਹ ਅਸੀਂ ਬਾਈਪਾਸ ਕਰਨਾ। ਬਾਈਪਾਸ, ਹਾਂਜੀ। ਤਾਂ ਬਾਈਪਾਸ ਵਿੱਚ ਜਿੱਥੇ ਬਲੌਕੇਜ ਆ ਉਹਦੇ ਅੱਗੇ ਅਸੀਂ ਗ੍ਰਾਫਟਿੰਗ ਲਗਾ ਦਿੱਤੀ, ਚਾਹੇ ਤੂੰ ਲੀਮਾ ਲੈ ਲਈ, ਲੈਫਟ ਇੰਟਰ ਮੈਮਰੀ ਆਰਟਰੀ ਲੈ ਲਈ, ਰਾਈਟ ਇੰਟਰ ਮੈਮਰੀ ਆਰਟਰੀ ਲੈਤੇ, ਪੇਟ 'ਚ ਕੋਈ ਨਾੜੀ ਲੈ ਲਈ, ਜਾਂ ਲੱਤ 'ਚ ਕੋਈ ਵੇਨ ਲੈ ਲਈ, ਤਾਂ ਉਹ ਬਾਈਪਾਸ ਉਹਨਾਂ ਨੂੰ ਜਿਹੜੇ ਬਲੌਕੇਜ ਉਹਨਾਂ ਨੂੰ ਕੀਤਾ ਜਾ ਸਕਦਾ। ਤਾਂ ਕੁਝ ਮਰੀਜ਼ ਤੇ ਐਸੇ ਹਨ ਜਿਨ੍ਹਾਂ ਦੇ ਬਲੌਕੇਜ ਐਸੇ ਹੁੰਦੇ ਜਿੱਥੇ ਸਿਰਫ ਐਂਜੀਓਪਲਾਸਟੀ ਬੜੀ ਅੱਛੀ ਰਿਜ਼ਲਟ ਹੈ, ਲੌਂਗ ਟਰਮ ਤੇ ਅੱਛੇ ਰਿਜ਼ਲਟ ਦਿੰਦੀ ਜੀ। ਕੁਝ ਐਸੇ ਮਰੀਜ਼ ਹੈ ਜਿਨ੍ਹਾਂ 'ਚ ਸਾਨੂੰ ਲੱਗਦਾ ਕਿ ਮਲਟੀਪਲ ਬਲੌਕਸ ਹੈ ਔਰ ਇਹਨਾਂ ਨੂੰ ਬਾਈਪਾਸ ਜਿਹੜਾ ਬੈਟਰ ਰਹੂਗਾ। ਉਹ ਵਿੱਚ ਬੜਾ ਗ੍ਰੇ ਜ਼ੋਨ ਹੈ ਜੀ, ਜਿੱਥੇ ਐਂਜੀਓਪਲਾਸਟੀ ਵੀ ਹੋ ਸਕਦੀ ਤੇ ਬਾਈਪਾਸ ਵੀ ਹੋ ਸਕਦਾ। ਉੱਥੇ ਅਸੀਂ ਇੰਡੀਵਿਜੂਅਲਾਈਜ਼ ਕਰਦੇ ਹਾਂ। ਸਾਡੀ ਹਾਰਟ ਟੀਮ ਹੁੰਦੀ ਹੈ ਜਿਹਦੇ ਵਿੱਚ ਸਰਜਨ ਵੀ ਹੁੰਦਾ, ਕਾਰਡੀਓਲੋਜਿਸਟ ਵੀ ਹੁੰਦਾ, ਐਨਸਥੈਟਿਸਟ ਵੀ ਹੁੰਦਾ। ਉਹ ਸਾਰੇ ਬਹਿ ਕੇ ਇਲਾਜ ਇਹ ਸੋਚਦੇ ਆ ਕਿ ਇਹਦੇ ਵਾਸਤੇ ਸਰਜਰੀ ਠੀਕ ਹੈ ਪੇਸ਼ੈਂਟ ਵਾਸਤੇ ਕਿ ਬਾਈਪਾਸ ਠੀਕ ਹੈ। ਉਸ ਰਿਸਕ ਫੈਕਟਰ ਦੇਖਦੇ ਆ, ਏਜ ਦੇਖਦੇ ਆ ਪੇਸ਼ੈਂਟ ਦੀ, ਉਹਨਾਂ ਦਾ ਬੈਕਗਰਾਉਂਡ ਦੇਖਦੇ ਆ, ਉਹਨਾਂ ਦੇ ਕਿਸ ਤਰ੍ਹਾਂ ਉਹਨੂੰ ਡਿਜ਼ੀਜ਼ ਨੂੰ ਸਮਝਦੇ ਆ, ਮਲਟੀਪਲ ਫੈਕਟਰਸ ਦੇਖਦੇ, ਐਂਡ ਦੈਨ ਵੀ ਡਿਸਾਈਡ ਕਿ ਕਿਹੜੀ ਚੀਜ਼ ਇਹਨਾਂ ਨੂੰ ਐਂਜੀਓਪਲਾਸਟੀ ਠੀਕ ਰਹੂਗੀ ਜਾਂ ਬਾਈਪਾਸ ਠੀਕ ਰਹੇਗੀ। ਯਾਨੀ ਕਿ ਇਹ ਵੀ ਇੱਕ ਤਰੀਕਾ ਹੈ ਇਲਾਜ ਦਾ। ਇਹ ਤਰੀਕਾ ਇਲਾਜ ਦਾ, ਤਰੀਕੇ 4 ਹੈ। ਲਾਈਫਸਟਾਈਲ ਮੋਡੀਫਿਕੇਸ਼ਨ, ਜਿਹਦੇ ਅਸੀਂ ਯੋਗਾ ਵੀ ਇਨਕਲੂਡ ਕਰਦੇ, ਮੈਡੀਸਨ ਨਾਲ, ਐਂਜੀਓਪਲਾਸਟੀ ਨਾਲ, ਜਿਹੜਾ ਸਟੈਂਟਿੰਗ ਜਿਹਨੂੰ ਅਸੀਂ ਕਹਿੰਦੇ ਆ, ਉਹਨੂੰ ਲਗਾਉਣ ਦੇ ਬੜੇ ਤਰੀਕੇ ਹੈਗੇ। ਸਟੈਂਟਿੰਗ ਇੱਕ ਪਾਰਟ ਹੈ ਜਿਹੜਾ ਮੈਂ ਤੁਹਾਨੂੰ ਐਕਸਪਲੇਨ ਕੀਤਾ, ਬਟ ਉਹਨੂੰ ਬੈਲੂਨਿੰਗ ਕਿਸ ਤਰ੍ਹਾਂ ਕਰਨੀ ਹੈ, ਅਸੀਂ ਹਾਈ ਪ੍ਰੈਸ਼ਰ ਬੈਲੂਨ ਡਾਇਲੇਟੇਸ਼ਨ ਕਰਨਾ, ਮਲਟੀਪਲ ਟਾਈਪਸ ਦੇ ਬੈਲੂਨ ਆਏ ਹੋਏ, ਔਰ ਜਾਂ ਹੋਰ ਕੋਈ ਤਰੀਕਾ ਕਰਨਾ, ਤਾਂ ਇਹ ਉਹਦੇ ਬਾਅਦ ਜਾਂ ਬਾਈਪਾਸ ਕਰਨਾ। ਸਕਸੈਸ ਰੇਟ ਕਿਹਦਾ ਜ਼ਿਆਦਾ ਮੰਨਦੇ ਹੋ, ਬਾਈਪਾਸ ਦਾ ਜਾਂ ਸਟੈਂਟਿੰਗ? ਇਹ ਇੱਕੋ ਜਿਹਾ ਲੈਵਲ ਹੈ? ਸਕਸੈਸ ਡਿਪੈਂਡ ਕਰਦਾ ਹੈ ਕਿ ਕਿਸ, ਤੁਹਾਨੂੰ ਮੈਂ ਦੱਸਿਆ ਕਿ ਕੁਝ ਐਸੇ ਲੋਕ ਹੈ ਜਿਨ੍ਹਾਂ ਦੀ ਐਂਜੀਓਪਲਾਸਟੀ ਹੀ ਹੋਣੀ ਚਾਹੀਦੀ। ਉਹ ਸਾਰੀ ਚੀਜ਼ਾਂ ਅਸੀਂ ਇਹ ਦੇਖਦੇ ਹਾਂ ਕਿ ਸਾਡੀ ਇਹ ਪਰਪਸ ਰਹਿੰਦਾ ਹੈ ਕਿ ਜਿਹੜਾ ਇਲਾਜ ਅਸੀਂ ਕਰ ਰਹੇ ਹਾਂ ਉਹਦਾ ਰਿਜ਼ਲਟ ਜਿਹੜਾ ਉਹ ਬਰਾਬਰ ਹੋ। ਜੀ ਜੀ ਜੀ। ਅਸੀਂ ਐਂਜੀਓਪਲਾਸਟੀ ਸਟੈਂਟਿੰਗ ਤਦ ਹੀ ਕਰਾਂਗੇ ਜਦ ਉਹਦੇ ਰਿਜ਼ਲਟ ਜਿਹੜੇ ਨੰਬਰ 1 ਆਉਣ। ਓਕੇ, ਤੇ ਉਹ ਅਗਰ
ਨੇਵ ਪੇਸ਼ੈਂਟ ਹੈ, ਨਵੇਂ ਪੇਸ਼ੈਂਟ ਪਹਿਲੀ ਵਾਰੀ ਇਲਾਜ ਕਰ ਰਹੇ ਹਾਂ ਅਸੀਂ, ਤਾਂ ਉਹਦੇ 'ਚ ਅਸੀਂ ਦੇਖਾਂਗੇ ਰਿਸਕ ਫੈਕਟਰ ਸਾਰੇ ਕਰਕੇ ਕਿ ਐਂਜੀਓਪਲਾਸਟੀ ਦੇ ਰਿਜ਼ਲਟ ਬੈਟਰ ਆਉਣਗੇ ਕਿ ਬਾਈਪਾਸ ਦੇ ਰਿਜ਼ਲਟ ਬੈਟਰ ਆਉਣਗੇ। ਇੱਕ ਪਹਿਲੀ ਗੱਲ। ਦੂਜੀ ਜਿਹੜੀ ਇੰਪੋਰਟੈਂਟ ਗੱਲ ਹੈ ਲੋਕਾਂ ਨੂੰ ਸਮਝਣ ਦੀ, ਕਿ ਇਹ ਇੱਕ ਸਟੇਜ ਨਹੀਂ ਹੈਗੀ ਜੀ। ਇਹ ਹੋ ਸਕਦਾ ਹੈ ਕਿ ਇਹ ਇੱਕ ਲਾਈਫ ਸਟਾਈਲ ਡਿਜ਼ੀਜ਼ ਹੈ, ਕਿ ਕਿਸੇ ਨੂੰ 45 ਸਾਲ ਦੀ ਉਮਰ 'ਚ ਬਿਮਾਰੀ ਹੋਈ, ਉਹਨੂੰ ਐਂਜੀਓਪਲਾਸਟੀ ਸਟੈਂਟਿੰਗ ਹੋ ਗਈ, 50 ਸਾਲ ਤੇ ਜਾ ਕੇ ਉਹਨੂੰ ਨਵੇਂ ਬਲੌਕ ਬਣ ਗਏ ਤੇ ਦੁਬਾਰਾ ਉਹਦੀ ਐਂਜੀਓਪਲਾਸਟੀ ਹੋ ਗਈ, ਜਾਂ ਉਹਦੇ ਬਾਅਦ ਲੱਗਿਆ ਕਿ ਇਹ ਬਲੌਕੇਜ ਬਾਰ-ਬਾਰ ਬਣ ਰਿਹਾ ਤੇ ਅਸੀਂ ਬਾਈਪਾਸ ਕਰਤਾ, ਤਾਂ ਜਾਂ ਕਿਸੇ ਦਾ ਬਾਈਪਾਸ ਹੋ ਗਿਆ। ਹੁਣ ਬਾਈਪਾਸ ਇਹ ਵਾਲੀ ਜਿਹੜੀ ਨਾੜੀ ਹੈ ਲੀਮਾ, ਲੈਫਟ ਇੰਟਰਨਲ ਮੈਮਰੀ ਆਰਟਰੀ, ਉਹ ਤਾਂ 20-25 ਸਾਲ ਚੱਲਦੀ ਹੈ, ਮਗਰ ਜਿਹੜੀ ਲੈਗ ਤੋਂ ਵੇਲ ਲੈਂਦੇ ਨੇ ਉਹ 10, 12, 13 ਸਾਲ ਦੇ ਬਾਅਦ ਉਹ ਵੀ ਦਿੱਕਤ ਕਰਨਾ ਸ਼ੁਰੂ ਕਰ ਦਿੰਦੀ। ਅੱਛਾ ਜੀ। ਤਾਂ ਹੁਣ ਕਿਸੇ ਦਾ ਪਹਿਲੇ ਬਾਈਪਾਸ ਹੋਇਆ, ਉਹਨੂੰ 10-15 ਸਾਲ ਦੇ ਬਾਅਦ ਦੁਬਾਰਾ ਐਂਜਾਈਨਾ ਹੋ ਗਿਆ, ਜਾਂ ਅਨਸਟੇਬਲ ਐਂਜਾਈਨਾ ਹੋ ਗਿਆ, ਜਾਂ MI ਹੋ ਗਿਆ, ਤੇ ਉਹਦਾ ਇਲਾਜ ਬਾਰ-ਬਾਰ ਤੇ ਆਪਰੇਸ਼ਨ ਰੀਡੂ ਸਰਜਰੀ ਵੀ ਹੁੰਦੀ ਹੈ, ਬਟ ਐਂਜੀਓਪਲਾਸਟੀ ਕੀਤੀ ਜਾਏਗੀ। ਸੋ ਇਹ ਵੀ ਹੋ ਸਕਦਾ ਹੈ ਕਿ ਐਂਜੀਓਪਲਾਸਟੀ ਇੱਕ ਡੈਫੀਨੇਟਿਵ ਤਰੀਕਾ ਨਹੀਂ ਹੈ ਕਿ ਐਂਜੀਓਪਲਾਸਟੀ ਹੋਈ, ਐਂਜੀਓਪਲਾਸਟੀ ਦੇ ਬਾਅਦ ਦੁਬਾਰਾ ਐਂਜੀਓਪਲਾਸਟੀ ਹੋਈ, ਐਂਜੀਓਪਲਾਸਟੀ ਤੋਂ ਬਾਅਦ ਬਾਈਪਾਸ ਹੋਇਆ, ਜਾਂ ਬਾਈਪਾਸ ਪਹਿਲੇ ਹੋਇਆ ਉਹਦੇ ਬਾਅਦ ਐਂਜੀਓਪਲਾਸਟੀ ਹੋ ਗਈ। ਇਹ ਦੋਨੋਂ ਕੰਪਲੀਮੈਂਟਰੀ ਤਰੀਕੇ ਹੈਗੇ। ਅੱਛਾ ਜੀ। ਸੋ ਅਸੀਂ ਕੰਪਰੀਹੈਂਸਿਵ ਤਰੀਕੇ ਨਾਲ ਮਰੀਜ਼ ਦਾ ਇਲਾਜ ਕਰਨਾ ਜੀ। ਕਿਉਂਕਿ ਤੁਸੀਂ ਗੱਲ ਕੀਤੀ ਸੀ ਆਪਣੇ ਦਾਦਾ ਜੀ ਦੀ ਕਿ ਉਹਨਾਂ ਦੀ ਉਮਰ ਜ਼ਿਆਦਾ ਸੀ ਉਸ ਜ਼ਮਾਨੇ 'ਚ ਲੋਕਾਂ ਦੇ। ਅੱਜ ਕੱਲ੍ਹ ਤੁਸੀਂ ਦੇਖੋਗੇ ਤਾਂ ਏਜ ਵੀ ਇੰਡੀਆ ਵਿੱਚ ਵੀ ਵਰਲਡ ਵਿੱਚ ਵੀ ਵੱਧ ਗਈ। ਜਦੋਂ ਸਾਨੂੰ ਇੰਡੀਪੈਂਡੈਂਸ ਮਿਲੀ ਤਾਂ ਏਜ ਸੀ 50 ਸਾਲ ਮੇਲਸ ਦੀ ਐਕਸਪੈਕਟਿਡ ਲਾਈਫ ਐਕਸਪੈਕਟੈਂਸੀ ਔਰ ਫੀਮੇਲ ਦੀ 52 ਇਅਰਸ। ਹੁਣ ਜਿਹੜੀ ਏਜ ਐਕਸਪੈਕਟੈਂਸੀ ਹੈ 70 ਇਅਰਸ ਮੇਲ ਦੀ, 72 ਫੀਮੇਲ ਦੀ ਜੀ। ਤਾਂ ਅਸੀਂ ਐਲਡਰਲੀ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਹੈਗੇ 75 ਸਾਲ ਤੋਂ ਜ਼ਿਆਦਾ, 80 ਸਾਲ ਤੋਂ ਜ਼ਿਆਦਾ, 85 ਸਾਲ ਤੋਂ ਜ਼ਿਆਦਾ, ਉਹ ਪੋਪੂਲੇਸ਼ਨ ਵੀ ਵੱਧ ਗਈ ਹੈ, ਉਹ ਸਾਡੀ ਲਾਈਫ ਐਕਸਪੈਕਟੈਂਸੀ ਵੱਧ ਗਈ ਹੈ। ਉਹਨਾਂ ਵਿੱਚ ਵੀ ਦਿੱਕਤ ਆਉਂਦੀ ਹੈ ਬਿਮਾਰੀਆਂ ਦੀ, ਉਹਨਾਂ 'ਚ ਵੀ ਅਸੀਂ ਇਲਾਜ ਕਰਨਾ। ਅੱਛਾ, ਪਰ ਸਟੰਟਿੰਗ ਏਜ ਫੈਕਟਰ ਵੀ ਹੈ ਕਿ ਕਿਸੇ ਏਜ 'ਚ ਵੀ ਹੋ ਸਕਦੀ ਹੈ? ਸਟੈਂਡਿੰਗ ਕਿਸੇ ਏਜ 'ਚ ਵੀ ਹੋ ਸਕਦੀ ਹੈ। ਕੋਈ ਅਸੀਂ ਕਿਸੇ ਨੂੰ ਬਲੌਕੇਜ ਹੈ ਹਾਂਜੀ ਤਾਂ ਉਹਦੇ ਵਿੱਚ ਕੀਤਾ ਜਾ ਸਕਦਾ, ਬਟ ਇਹ ਸਾਨੂੰ ਸਮਝਣਾ ਜ਼ਰੂਰੀ ਹੈ ਕਿ ਯੰਗ ਲੋਕਾਂ ਵਿੱਚ ਜਿਹੜੇ 25, 30, 35 ਸਾਲ ਦੇ ਲੋਕਾਂ ਵਿੱਚ ਜਿਹੜੀ ਦਿੱਕਤ ਆ ਰਹੀ ਹੈ ਹਾਰਟ ਅਟੈਕ ਦੀ ਜਾਂ ਅਨਸਟੇਬਲ ਐਂਜਾਈਨਾ ਦੀ, ਉਹ ਕਾਫੀ ਵਾਰ ਸਿਰਫ ਕਲੌਟ ਬਣਨ ਕਰਕੇ ਹੁੰਦੀ ਹੈ। ਅੱਛਾ ਜੀ। ਪਾਰਟਿਕੂਲਰਲੀ ਸਮੋਕਰਸ ਜਿਸ ਤਰ੍ਹਾਂ ਕੇ ਸਿਗਰਟ ਪੀਣ ਵਾਲੇ ਲੋਕਾਂ ਨੂੰ ਜਦੋਂ ਦਿੱਕਤ ਆਉਂਦੀ ਹੈ, ਜਾਂ ਯੰਗ ਲੋਕਾਂ ਨੂੰ ਆਉਂਦੀ ਸਿਰਫ ਕਲੌਟ ਬਣਨ ਦੀ ਗੱਲ ਆਉਂਦੀ ਹੈ। ਤਾਂ ਉਹਦੇ ਵਿੱਚ ਅਗਰ ਕਲੌਟ ਦਾ ਅਸੀਂ ਇਲਾਜ ਕਰ ਦਈਏ, ਕਲੌਟ ਨੂੰ ਕੱਢ ਦਈਏ ਜਾਂ ਡਿਜ਼ੋਲਵ ਕਰ ਦਈਏ, ਤਾਂ ਯੂ ਮੇ ਨਾਟ ਨੀਡ ਐਂਜੀਓਪਲਾਸਟੀ ਔਰ ਸਟੈਂਟਿੰਗ। ਉਹਦੀ ਪਲੇਨ ਪ੍ਰੋਸੀਜਰ ਹੋ ਜਾਏਗਾ, ਕਲੌਟ ਜਿਹੜਾ ਉਹਨੂੰ ਸਕ ਕੀਤਾ ਜਾਏਗਾ ਜਾਂ ਉਹਨੂੰ ਦਵਾਈਆਂ ਨਾਲ ਉਹਨੂੰ ਡਿਜ਼ੋਲਵ ਕਰਤਾ ਜਾਏਗਾ, ਅੰਡਰਲਾਈਨ ਨਾੜੀ ਜਿਹੜੀ ਹੈ ਉਹ ਠੀਕ ਹੈ, ਤਾਂ ਉਹਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ, ਇਹ ਪੋਸੀਬਲ ਹੈ। ਸਟੈਂਟਿੰਗ ਸਿਰਫ ਇੱਕ ਪ੍ਰੋਸੈਸ ਹੈ, ਸਟੈਂਟਿੰਗ ਡੈਫੀਨਿਟ ਪ੍ਰੋਸੈਸ ਨਹੀਂ ਹੈ। ਸਟੈਂਟਿੰਗ ਇਜ਼ ਅ ਮੀਨਸ ਆਫ ਅਚੀਵਿੰਗ ਏ ਆਰਟੀਰੀਅਲ ਲਿਊਮੀਨਲ ਪੇਟੈਂਸੀ। ਤਾਂ ਉਹ ਅੱਜ ਕੱਲ੍ਹ ਅਸੀਂ ਕਰਦੇ ਹਾਂ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੋਸੀਜਨ ਐਂਜੀਓਪਲਾਸਟੀ। ਪ੍ਰੋਸੀਜਨ ਐਂਜੀਓਪਲਾਸਟੀ ਦਾ ਇਹ ਹੈ ਕਿ ਅਸੀਂ ਬਲੌਕੇਜ ਹੈ, ਉਹਨੂੰ ਬਲੌਕੇਜ ਨੂੰ ਅਸੀਂ ਸਟੱਡੀ ਕਰਤਾ, ਅੰਦਰੋਂ ਨਾੜੀ ਦੇ ਅੰਦਰੋਂ ਇੱਕ ਸਪੈਸ਼ਲ ਕਿਸਮ ਦਾ ਕੈਮਰਾ ਪਾ ਕੇ, ਦੋ ਕਿਸਮ ਦੇ ਹੁੰਦੇ, ਇੱਕ OCT ਹੁੰਦਾ ਆਪਟੀਕਲ ਕੋਹਰੈਂਸ ਟੋਮੋਗ੍ਰਾਫੀ, ਇੱਕ ਇੰਟਰਾਵੈਸਕੂਲਰ ਅਲਟਰਾਸਾਊਂਡ ਹੁੰਦਾ। ਉਹਨਾਂ ਨਾਲ ਅਸੀਂ ਨਾੜੀ ਦੇ ਅੰਦਰੋਂ ਬਿਲਕੁਲ ਸਟੱਡੀ ਕਰ ਲੈਣਾ ਕਿ ਇਹ ਜਿਹੜਾ ਬਲੌਕੇਜ ਹੈ ਇਹਦੇ ਵਿੱਚ ਕਲੌਟ ਕਿੰਨਾ, ਇਹਦੇ ਵਿੱਚ ਬਲੌਕੇਜ ਵਿੱਚ ਫਾਈਬਰੋਸਿਸ ਕਿੰਨਾ, ਇਹਦੇ ਵਿੱਚ ਕੈਲਸ਼ੀਅਮ ਕਿੰਨਾ, ਕੈਲਸ਼ੀਅਮ ਕਿੰਨਾ ਫੈਲਿਆ ਹੋਇਆ, ਕਿੰਨਾ ਲੰਬਾ ਗਿਆ ਹੋਇਆ, ਉਹਦੀ ਮੈਂਬਰੇਨ ਕਿਸ ਤਰ੍ਹਾਂ, ਉਹਦੇ ਵਿੱਚ ਕੋਈ ਨੋਡਿਊਲ ਤਾਂ ਨਹੀਂ ਬਣਿਆ ਹੋਇਆ। ਇਹ ਸਾਰੀ ਚੀਜ਼ਾਂ ਅਸੀਂ ਮਿਨੀਏਚਰ ਕੈਮਰੇ ਨਾਲ ਸਟੱਡੀ ਕਰਦੇ ਨੇ। ਉਹਦੇ ਬਾਅਦ ਅਸੀਂ ਫੈਸਲਾ ਕਰਦੇ ਹਾਂ ਕਿ ਇਹਨਾਂ ਵਾਸਤੇ ਕਿਹੜੀ ਚੀਜ਼ ਜਿਹੜੀ ਹੈ, ਕਿਹੜਾ ਟ੍ਰੀਟਮੈਂਟ ਆਪਸ਼ਨ ਹੈ ਉਹ ਬਿਹਤਰ। ਓਕੇ, ਇਹਨੂੰ IVS OCT ਕਹਿੰਦੇ। ਔਰ ਉਹਨੂੰ ਜਦੋਂ ਅਸੀਂ ਬੈਲੂਨਿੰਗ ਕਰਤੀ, ਸਟੈਂਟਿੰਗ ਕਰਤੀ, ਫਿਰ ਅਸੀਂ ਰਿਪੀਟ ਕਰਦੇ ਇਹਨੂੰ OCT ਨੂੰ ਜਾਂ IVS ਨੂੰ, ਇਹ ਦੇਖਣ ਵਾਸਤੇ ਕਿ ਜਿਹੜਾ ਅਸੀਂ ਪ੍ਰੋਸੈਸ ਕੀਤਾ ਉਹ ਬਿਲਕੁਲ ਠੀਕ ਹੈ, ਸਾਡਾ ਬਿਲਕੁਲ ਅਗਰ ਸਟੈਂਟ ਪਾਇਆ ਤਾਂ ਬਿਲਕੁਲ ਸਟੈਂਟ ਬਿਲਕੁਲ ਆਪਟੀਮਲੀ ਡਿਪਲੋਇਡ ਹੈ, ਤੇ ਉਹਦੇ ਰਿਜ਼ਲਟ ਬਿਲਕੁਲ ਬਿਹਤਰ ਆਉਂਦੇ। ਇਹਨੂੰ ਅਸੀਂ ਪ੍ਰੋਸੀਜਰ ਐਂਜੀਓਪਲਾਸਟੀ। ਇੱਕ ਹੋਰ ਸਵਾਲ ਤੁਸੀਂ ਪਹਿਲੇ ਕਹੋਗੇ ਤਾਂ ਪਹਿਲਾਂ ਮੈਂ ਇੱਕ ਹੋਰ ਚੀਜ਼ ਕਰਾਂ, ਇਹ ਬੜਾ ਇੰਪੋਰਟੈਂਟ ਹੈ ਕਿ ਕਈ ਐਸੇ ਮਰੀਜ਼ ਹੈ ਜਿਨ੍ਹਾਂ ਨੂੰ ਹਾਰਟ ਦੀ ਨਾੜੀਆਂ ਵਿੱਚ ਬਲਾਕ ਹੋਣ ਕਰਕੇ ਹਾਰਟ ਮਸਲ ਕਮਜ਼ੋਰ ਹੋ ਗਿਆ, ਤਾਂ ਉਹ ਹਾਰਟ ਫੇਲਰ ਚਲੇਗੀ, ਜਾਂ ਉਹਨਾਂ ਦੀ ਬਾਕੀ ਨਾੜੀਆਂ ਸਾਰੀਆਂ ਬੰਦ ਹੋ ਗਈਆਂ, ਇੱਕੋ ਨਾੜੀ ਕੰਮ ਕਰ ਰਹੀ ਹੈ, ਪਹਿਲੇ ਬਾਈਪਾਸ ਹੋਇਆ, ਮਲਟੀਪਲ ਐਂਜੀਓਪਲਾਸਟੀ ਹੋਈ। ऐसे मरीज़ बार बार ना डिफरेंट हॉस्पिटल दाखिल होंगे, या हार्ट फेलियर करके साह चढ़िया तो रात को साह नहीं आता, तो इस वास्ते हॉस्पिटल दाखिल हो गए, या एंजाइना करके जिसका कोई इलाज नहीं है। तो पहले इन्हों असीं कहंदे सी नो ऑप्शन पेशेंट्स, कि इन्हों दवाई नाल काम चलाई जाओ, जिन्ना चिर चलता है, बहुत ज़्यादा असीं कुछ कर नहीं सकते। अजकल ऐसे मरीज़ जिन्होंने असीं मैडिकल टर्म चिप केसिस कहते हैं, वो उन्होंने वास्ते भी एंजियोप्लास्टी प्रोसीजर जिहड़ा वो सेफ
ਹੋ ਗਿਆ। ਕੁਝ ਐਸੇ ਸਾਡੇ ਕੋਲ ਟੈਕਨੀਕ ਨਵੇਂ ਆ ਗਏ ਹੈ ਜਿਸ ਕਰਕੇ ਅਸੀਂ ਹਾਰਟ ਨੂੰ ਐਂਜੀਓਪਲਾਸਟੀ ਦੇ ਦੌਰਾਨ ਸਪੋਰਟ ਕਰ ਸਕਦੇ ਹਾਂ ਕਿ ਪ੍ਰੋਸੀਜਰ ਜਿਹੜਾ ਉਹ ਟਾਲਰੇਟ ਮਰੀਜ਼ ਕਰ ਪਾਉਣ। ਲੋਕਲ ਐਨੈਸਥੀਸੀਆ ਦੇ ਅੰਦਰ ਹੀ ਕਰੀਏ ਬਟ ਉਹ ਮਰੀਜ਼ ਟਾਲਰੇਟ ਕਰ ਪਾਉਣ। ਛੋਟਾ ਜਿਹਾ ਪੰਪ ਆਉਂਦਾ ਜੋ ਹਾਰਟ ਮਸਲ ਨੂੰ ਉਸ ਟਾਈਮ ਤੇ ਸਪੋਰਟ ਕਰ ਦਿੰਦਾ। ਤੋ ਇਹ ਜਿਹੜਾ ਪ੍ਰੋਟੈਕਟਿਡ ਐਂਜੀਓਪਲਾਸਟੀ ਹੈ ਕਿ ਅਸੀਂ ਉਸ ਟਾਈਮ ਤੇ ਹਾਈ ਰਿਸਕ ਜਿਹੜਾ ਪ੍ਰੋਸੀਜਰ ਸੀ ਉਹਨੂੰ ਕੀਤਾ। ਤੋ ਇਹ ਇੱਕ ਆਪਸ਼ਨ ਵੀ ਸਾਡੇ ਕੋਲ ਆਈ ਹੈ। ਐਕਸਪੀਰੀਅੰਸ ਜ਼ਿਆਦਾ ਹੋ ਗਿਆ, ਟੈਕਨੋਲੋਜੀ ਬੈਟਰ ਹੋ ਗਈ ਹੈ, ਸਾਡੀ ਅੰਡਰਸਟੈਂਡਿੰਗ ਆਫ ਦੀ ਬਲੋਕੇਜ ਜ਼ਿਆਦਾ ਬੈਟਰ ਹੋ ਗਈ ਹੈ ਔਰ ਐਸੇ ਇਕਵਿਪਮੈਂਟ ਆ ਗਏ ਜਿਸ ਕਰਕੇ ਐਂਜੀਓਪਲਾਸਟੀ ਦੇ ਦੌਰਾਨ ਅਸੀਂ ਪਹਿਲੇ ਪਾ ਦਿੰਦੇ ਹਾਂ, ਐਂਜੀਓਪਲਾਸਟੀ ਦੇ ਬਾਅਦ ਉਹਨਾਂ ਨੂੰ ਕੱਢ ਦਿੰਦੇ ਹਾਂ ਜਾਂ ਅਗਰ ਜ਼ਰੂਰਤ ਪਏ ਤਾਂ 1-2 ਦਿਨ ਰੱਖ ਵੀ ਸਕਦੇ ਹਾਂ। ਉਹ ਜ਼ਰੂਰੀ ਹੈ ਕਿ ਐਸੇ ਬੜੇ ਮਰੀਜ਼ ਹੈ, ਬਜ਼ੁਰਗ ਵੀ ਹੈ 80 ਸਾਲ ਦੇ, 85 ਸਾਲ ਦੇ, 70 ਸਾਲ ਦੇ ਜਿਨ੍ਹਾਂ ਦੇ ਮਲਟੀਪਲ ਪ੍ਰੋਸੀਜਰ ਪਹਿਲੇ ਹੋਏ ਹੈ, ਹਾਰਟ ਫੇਲਰ ਦੇ ਸਿੰਪਟਮਸ ਹੈ, ਇਸਕੀਮਿਕ ਕਾਰਡੀਓਮਾਇਓਪੈਥੀ ਹੈ। ਸਰ ਹਾਰਟ ਅਟੈਕ ਤੇ ਹਾਰਟ ਫੇਲਿਅਰ 'ਚ ਕੀ ਫਰਕ ਹੈ? ਹਾਰਟ ਅਟੈਕ ਦਾ ਮਤਲਬ ਹੈ ਕਿ ਜਿਹੜੀ ਅਸੀਂ 3 ਨਾੜੀਆਂ ਦੀ ਗੱਲ ਕਰ ਰਹੇ ਸੀਗੇ ਉਹਦੇ ਵਿੱਚ ਸਡਨਲੀ ਇੱਕ ਨਾੜੀ ਬੰਦ ਹੋ ਗਈ। ਜਦੋਂ ਨਾੜੀ ਬੰਦ ਹੋ ਜਾਏਗੀ ਉਹ ਹਾਰਟ ਅਟੈਕ ਹੈ। ਤਾਂ ਜਿਸ ਏਰੀਆ ਨੂੰ ਬਲੱਡ ਸਪਲਾਈ ਕਰ ਰਹੀ ਹੈ ਹਾਰਟ ਮਸਲ ਨੂੰ ਉਹ ਨੈਕਰੋਸ ਹੋਣਾ ਸ਼ੁਰੂ ਹੋ ਜਾਏਗਾ, ਇਨਫਾਰਕਟ ਹੋਣਾ ਸ਼ੁਰੂ ਹੋ ਜਾਏਗਾ, ਡੈਡ ਹੋਣਾ ਸ਼ੁਰੂ ਹੋ ਜਾਏਗਾ, ਉਹਨੂੰ ਅਸੀਂ ਹਾਰਟ ਅਟੈਕ ਕਹਿੰਦੇ ਹਾਂ। ਤਾਂ ਹਾਰਟ ਅਟੈਕ ਦਾ ਮਤਲਬ ਹੈ ਕਿ ਇੱਕ ਨਾੜੀ ਐਪੀਕਲ ਪੂਰੀ ਤਰ੍ਹਾਂ ਸਡਨਲੀ ਬੰਦ ਹੋ ਗਈ ਜੀ, ਤਾਂ ਉਹ ਏਰੀਆ ਡੈਮੇਜ ਹੋ ਗਿਆ, ਇਹ ਹਾਰਟ ਅਟੈਕ। ਹਾਰਟ ਫੇਲਿਅਰ ਦਾ ਮਤਲਬ ਹੈ ਕਿ ਹਾਰਟ ਮਸਲ ਜਿਹੜਾ ਉਹ ਆਪਣਾ ਪੂਰਾ ਕੰਮ ਨਹੀਂ ਕਰ ਪਾ ਰਿਹਾ ਜੀ। ਜਦੋਂ ਪੰਪਿੰਗ ਉਹਦੀ ਐਕਸ਼ਨ ਪੂਰੀ ਨਹੀਂ ਹੁੰਦੀ ਤੇ ਬਾਡੀ ਜਿਹੜੀ ਹੈ ਉਹ ਐਸੇ ਕੁਝ ਕੰਪਨਸੇਟਰੀ ਮੈਕੈਨਿਜ਼ਮ ਕਰਦੀ ਹੈ ਕਿ ਹਾਰਟ ਥੋੜਾ ਵੱਡਾ ਹੋ ਜਾਏ ਤੇ ਉਹ ਕੁਝ ਐਸੇ ਨਿਊਰੋ ਹਾਰਮੋਨ ਸਾਡੀ ਬਾਡੀ 'ਚ ਰਿਲੀਜ਼ ਹੁੰਦੇ ਨੇ ਜਿਹੜੇ ਸਾਲਟ ਐਂਡ ਵਾਟਰ ਰਿਟੇਨ ਕਰਦੇ ਆ, ਜਿਸ ਕਰਕੇ ਬਾਡੀ 'ਚ ਬਲੱਡ ਸਪਲਾਈ ਤਾਂ ਹੁੰਦੀ ਰਹਿੰਦੀ ਹੈ ਬਟ ਉਹ ਐਟ ਏ ਕਾਸਟ ਹੁੰਦੀ ਹੈ। ਉਹ ਜਿਹੜਾ ਸਾਲਟ ਐਂਡ ਵਾਟਰ ਰਿਟੇਨ ਹੁੰਦਾ ਹੈ ਉਹ ਸਾਡੇ ਡਿਫਰੈਂਟ ਆਰਗਨਸ ਚਲਾ ਜਾਂਦਾ ਕਿਉਂਕਿ ਲੰਗਸ ਵਿੱਚ ਇਕੱਠਾ ਹੋ ਜਾਂਦਾ ਜਿਸ ਕਰਕੇ ਸਾਹ ਚੜ੍ਹਦਾ, ਤੁਰਨ ਨਾਲ ਸਾਹ ਚੜ੍ਹਦਾ, ਲੇਟੇ ਲੇਟੇ ਸਾਹ ਚੜ੍ਹਦਾ, ਬੈਠਣ ਨਾਲ ਠੀਕ ਹੋ ਜਾਂਦਾ। ਰਾਤ ਨੂੰ 2-3 ਵਜੇ ਨਾਲ ਇੱਕਦਮ ਸਾਹ ਚੜ੍ਹ ਕੇ ਬੰਦਾ ਉੱਠਦਾ, ਉਹਨੂੰ ਅਸੀਂ ਕਹਿੰਦੇ ਆ ਪੈਰੋਕਸਿਸਮਲ ਨਕਟਰਨਲ ਡਿਸਨੀਆ। ਸਿੱਧੇ ਲਿਟਣ ਨਾਲ ਸਾਹ ਨੂੰ ਅਸੀਂ ਕਹਿੰਦੇ ਆ ਆਰਥੋਪਨੀਆ। ਪੈਰਾਂ ਤੇ ਸੋਜਸ਼ ਆ ਜਾਂਦੀ ਹੈ, ਜਿਗਰ ਥੋੜਾ ਵੱਧ ਜਾਂਦਾ ਤੇ ਜਿਗਰ ਉਸ ਕਰਕੇ ਪੇਟ 'ਚ ਥੋੜੀ ਦਰਦ ਆਉਣਾ ਸ਼ੁਰੂ ਹੋ ਜਾਂਦੀ ਹੈ, ਫੇਸ ਤੇ ਸਵੈਲਿੰਗ ਆ ਜਾਂਦੀ ਹੈ। ਇਹ ਹਾਰਟ ਫੇਲਰ ਦੇ ਲੱਛਣ ਹੈਗੇ। ਤਾਂ ਹਾਰਟ ਫੇਲਰ ਦਾ ਮਤਲਬ ਹੈ ਕਿ ਹਾਰਟ ਆਪਣਾ ਜਿਹੜੀ ਪੰਪਿੰਗ ਐਕਸ਼ਨ ਹੈ ਉਹਨੂੰ ਪ੍ਰੋਪਰ ਨਹੀਂ ਕਰ ਪਾ ਰਿਹਾ। ਉਹਦੇ ਕਈ ਕਾਰਨ ਹੈ ਜੀ। ਦਿਲ ਦੀ ਨਾੜੀਆਂ ਵਿੱਚ ਬਲੌਕੇਡ ਹੈ, ਮਲਟੀਪਲ ਅਟੈਕ ਹੋਏ ਹੈ ਜਾਂ ਬਗੈਰ ਅਟੈਕ ਦੇ ਨਾੜੀਆਂ ਬਲੌਕੇਡ ਹੋ ਗਈ ਹੈ ਔਰ ਹਾਰਟ ਮਸਲ ਜਿਹੜਾ ਉਹ ਆਸਤਾ ਆਸਤਾ ਡੈਮੇਜ ਹੋ ਕੇ ਵੱਧ ਗਿਆ, ਸਾਈਜ਼ ਦਾ ਵੱਧ ਗਿਆ। ਆਖਰੀ ਸਵਾਲ ਹੈ ਮੇਰਾ, ਵਹਿਮ ਭਰਮ ਕੀ ਹੈ ਇਸ ਲਾਈਨ 'ਚ? ਲੋਕ ਮੰਨਦੇ ਆ ਕੋਈ ਬਹੁਤ ਸਾਰੀਆਂ ਚੀਜ਼ਾਂ ਦੇ ਵਹਿਮ ਭਰਮ ਵੀ ਹੈ, ਤੁਸੀਂ ਕੀ ਮੰਗਦੇ ਹੋ? ਕਿ ਬਹੁਤ ਸਾਰੇ ਮਰੀਜ਼ ਤੁਹਾਡੇ ਕੋਲ ਆਉਂਦੇ ਆ, ਲੰਬਾ ਐਕਸਪੀਰੀਅੰਸ ਹੈ, ਵਹਿਮ ਭਰਮ ਕਿਹੜੇ ਹੈਗੇ ਜਿਹੜੇ ਲੋਕ ਆਪ ਦੇ ਆਪ 'ਚ ਪਾਲੀ ਬੈਠੇ? ਨਹੀਂ, ਇੱਕ ਸਭ ਤੋਂ ਪਹਿਲੇ ਤਾਂ ਇਹ ਹੈ ਕਿ ਸਭ ਤੋਂ ਵੱਡਾ ਵਹਿਮ ਇਹ ਹੈ ਕਿ ਇਹ ਮੇਰਾ ਕਸੂਰ ਨਹੀਂ ਹੈਗਾ, ਮੇਰਾ ਡੈਸਟਨੀ ਇਸ ਤਰ੍ਹਾਂ ਦੀ ਹੈ ਜਾਂ ਮੈਨੂੰ ਰੱਬ ਨੇ ਮੈਨੂੰ ਗਲਤ ਕੀਤਾ ਮੇਰੇ ਨਾਲ ਜਾਂ ਕੁਛ ਐਸੀ ਗੱਲ। ਉਹ ਇੱਕ ਅਸੀਂ ਚੀਜ਼ ਆਪਣੇ ਮਨ ਚੋਂ ਕੱਢ ਦਈਏ ਕਿ ਇਹ ਇੱਕ ਲਾਈਫ ਸਟਾਈਲ ਡਿਜ਼ੀਜ਼ ਹੈ, ਇਹ ਅਸੀਂ ਆਪ ਕੀਤਾ, ਆਪ ਕ੍ਰੀਏਟ ਕੀਤਾ, ਇਹ ਸਾਡੀ ਆਪਣੀ ਕ੍ਰੀਏਟਿਵ ਹੈ, ਕਿਸੇ ਦੀ ਕ੍ਰੀਏਟ ਕੀਤੀ ਦੀ ਜਰਨੀ ਦਾ ਹਿੱਸਾ ਨਹੀਂ, ਜਰਨੀ ਦਾ ਹਿੱਸਾ ਨਹੀਂ ਜੀ। ਇਹ ਪਹਿਲੀ ਗੱਲ ਹੈ। ਦੂਸਰਾ ਜਿਹੜਾ ਇਹ ਹੈ ਕਿ ਸਾਡੇ ਕਲਚਰ ਵਿੱਚ ਇਹ ਨੁਕਸ ਹੈ ਕਿ ਅਸੀਂ ਫੀਅਰਫੁਲ ਹਾਂ ਕਿ ਮੈਂ ਅਗਰ ਆਪਣੇ ਟੈਸਟ ਕਰਾਏ ਤਾਂ ਪਤਾ ਨਹੀਂ ਕੀ ਨਿਕਲ ਆਊਗਾ, ਤਾਂ ਪਤਾ ਨਹੀਂ ਕੀ ਉਹਦਾ ਬਣੂਗਾ। ਉਹ ਸਾਡੀ ਬਿਮਾਰੀ ਨੂੰ ਲੇਟ ਕਰਦਾ, ਡਾਇਗਨੋਸ ਨੂੰ ਲੇਟ ਕਰਦਾ। ਤਾਂ ਇਹ ਇੱਕ ਵਹਿਮ ਨੂੰ ਅਸੀਂ ਦਿਲ 'ਚੋਂ ਕੱਢਣਾ ਚਾਹੀਦਾ ਕਿ ਇਹ ਅਗਰ ਤੁਸੀਂ ਵੈਸਟ 'ਚ ਜਾਓਗੇ ਤਾਂ ਰੈਗੂਲਰ ਵੈਲੂਏਸ਼ਨ ਜਿਹੜੀ ਹੈ ਉਹ ਪਾਰਟ ਆਫ ਲਾਈਫ ਹੈ। ਬੱਚਾ ਜਦੋਂ ਪੈਦਾ ਹੁੰਦਾ ਤਦ ਤੋਂ ਲੈ ਕੇ ਉਹ ਰੈਗੂਲਰ ਚੈੱਕਅਪ ਹੋਣਾ ਦਾ ਹੁੰਦਾ ਰਹਿੰਦਾ। ਸਾਡਾ ਉਹ ਸਿਸਟਮ ਨਹੀਂ, ਅਸੀਂ ਡਿਨਾਈ ਕਰਦੇ ਰਹਿੰਦੇ। ਤੀਸਰਾ ਇਹ ਸਾਡਾ ਵਹਿਮ ਹੈ ਕਿ ਮੈਂ ਬਾਬੇ ਕੋਲ ਜਾਊਂਗਾ, ਕਿਸੇ ਹੋਰ ਕੋਲ ਜਾਊਂਗਾ ਤੇ ਉਹ ਮੈਨੂੰ ਚੂਰਨ ਦੇ ਦੇਣਗੇ ਤੇ ਉਹਦਾ ਇਲਾਜ ਹੋ ਜਾਊਗਾ। ਉਹ ਬੜਾ ਇੰਪੋਰਟੈਂਟ ਫੈਕਟਰ ਹੈ ਕਿ ਅਸੀਂ ਆਲਟਰਨੇਟਿਵ ਮੈਡੀਸਨ ਨੂੰ ਵੀ ਮੰਨਦੇ ਹਾਂ, ਉਹਦਾ ਵੀ ਬੜਾ ਰੋਲ ਹੈ ਪ੍ਰੀਵੈਂਟਿਵ ਮੈਡੀਸਨ। ਯੋਗਾ ਦਾ ਮੈਂ ਜ਼ਿਕਰ ਕੀਤਾ, ਮੈਂ ਬੜਾ ਸਟਰੋਂਗ ਬਿਲੀਵਰ ਹਾਂ ਯੋਗਾ ਵਿੱਚ। ਆਲਟਰਨੇਟਿਵ ਮੈਡੀਸਨ ਦਾ ਪ੍ਰੋਟੈਕਸ਼ਨ 'ਚ ਪ੍ਰੀਵੈਂਸ਼ਨ 'ਚ ਰੋਲ ਹੈ, ਬਟ ਜਿਸ ਲਈ ਕਿਸੇ ਨੂੰ ਅਟੈਕ ਹੋ ਗਿਆ ਜਾਂ ਕਿਸੇ ਦੀ ਨਾੜੀਆਂ ਬਲੌਕੇਡ ਹੋ ਗਿਆ ਉਹ ਰਿਵਰਸ ਨਹੀਂ ਹੁੰਦੀ। ਕੋਈ ਕਹਿੰਦਾ ਮੈਂ ਕੀਲੇਸ਼ਨ ਕਰਾ ਲਈ, ਕੋਈ ਕਹਿੰਦਾ ਮੈਂ ਕੋਈ ECG ਕਰਾ ਲਈ, ਦੀਜ਼ ਆਰ ਆਲ ਪੈਲੀਏਟਿਵ ਪ੍ਰੋਸੀਜਰਸ। ਤਾਂ ਚੌਥਾ ਵਹਿਮ ਜਿਹੜਾ ਹੈ ਉਹ ਇਹ ਹੈ ਕਿ ਇਹ ਛੂਤ ਦੀ ਬਿਮਾਰੀ ਦੂਜੇ ਫੈਮਿਲੀ ਤੋਂ ਹੋ ਗਈ ਜਾਂ ਕਿਸੇ ਹੋਰ ਤੋਂ, ਉਹ ਵੀ ਇੱਕ ਅੱਜ ਕੱਲ੍ਹ ਘੱਟ ਹੋ ਗਿਆ। ਤਾਂ ਦੇਰ ਆਰ ਨੰਬਰ ਆਫ ਫੈਕਟਰਸ ਐਂਡ ਆਈ ਵੁੱਡ ਆਲਸੋ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ, ਤੁਹਾਡੇ ਮਾਧਿਅਮ ਤੋਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਪਹਿਲੇ ਇਹ ਬਿਲੀਵ ਕਰਦੇ ਸੀ ਕਿ ਲੇਡੀਜ਼ 'ਚ ਨਹੀਂ ਹੁੰਦਾ ਜਾਂ ਯੰਗ ਲੇਡੀਜ਼ 'ਚ ਨਹੀਂ ਹੁੰਦਾ, ਪ੍ਰੀ ਮੀਨੋਪਾਜ਼ਲ ਕਹਿੰਦੇ ਆ।
ਉਹ ਗੱਲ ਠੀਕ ਨਹੀਂ ਹੈ। ਅਸੀਂ ਫੀਮੇਲ 'ਚ ਵੀ ਕਾਫੀ ਦੇਖਿਆ, ਔਰ ਫੀਮੇਲ 'ਚ ਵੀ ਇਹ ਬਿਮਾਰੀ ਹੋ ਰਹੀ ਹੈ, ਔਰ ਫੀਮੇਲ ਸਾਡੇ ਕਲਚਰ ਵਿੱਚ ਉਹ ਵੀ ਡਿਨਾਈ ਕਰਦੇ, ਉਹ ਆਪਣੇ ਮੇਲਸ ਦਾ ਜ਼ਿਆਦਾ ਖਿਆਲ ਰੱਖਦੇ, ਆਪਣਾ ਖਿਆਲ ਘੱਟ ਰੱਖਦੇ, ਉਸ ਕਰਕੇ ਬਿਮਾਰੀ ਡਿਲੇ ਹੋ ਜਾਂਦੀ ਹੈ, ਡਾਇਗਨੋਸਿਸ ਡਿਲੇ ਹੁੰਦਾ। ਤੇ ਮੈਂ ਕਹਿਣਾ ਚਾਹੂੰਗਾ ਕਿ ਲੇਡੀਜ਼ ਨੂੰ ਵੀ ਉਨਾ ਹੀ ਕੇਅਰਫੁਲ ਰਹਿਣਾ ਚਾਹੀਦਾ, ਉਨਾ ਹੀ ਪਰਹੇਜ਼ ਕਰਨਾ ਚਾਹੀਦਾ, ਉਨੇ ਹੀ ਸਿੰਪਟਮਸ ਦੇ ਬਾਰੇ ਜਾਣਨਾ ਚਾਹੀਦਾ, ਔਰ ਉਨੀ ਜਲਦੀ ਡਾਇਗਨੋਸ ਕਰਵਾਉਣਾ ਚਾਹੀਦਾ ਜਿੰਨਾ ਮੇਲਸ ਨੂੰ ਕਰਾਉਣਾ ਚਾਹੀਦਾ। ਇਹ ਫੀਮੇਲਸ ਵਾਸਤੇ ਵੀ ਇੰਪੋਰਟੈਂਟ ਹੈ। ਇਹ ਸਾਡੀ ਵੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਅਸੀਂ ਆਪਣੇ ਫੈਮਿਲੀ ਵਿੱਚ, ਆਪਣੇ ਆਨ ਪਾਨ 'ਚ, ਸਾਰਿਆਂ 'ਚ ਫੀਮੇਲਸ ਦਾ ਵੀ ਉਨਾ ਹੀ ਖਿਆਲ ਰੱਖੀਏ ਹਾਰਟ ਪਾਸੋਂ ਜਿੰਨਾ ਅਸੀਂ ਮੇਲਸ ਦਾ ਕਰਦੇ ਹਾਂ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਟਾਈਮ ਦਿੱਤਾ, ਥੈਂਕ ਯੂ। ਥੈਂਕ ਯੂ। ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਲੰਬੀ ਗੱਲਬਾਤ ਭਾਵੇਂ, ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਪਸ਼ਟ ਹੋਣੋਂ ਰਹਿ ਜਾਂਦੀਆਂ, ਮੈਨੂੰ ਲੱਗਦਾ ਸਪਸ਼ਟ ਹੋ ਗਈਆਂ। ਤੇ ਸਾਨੂੰ ਵਹਿਮ, ਡਰ, ਭੈ ਛੱਡ ਕੇ ਮੈਡੀਕਲ ਸਾਇੰਸ ਇੰਨੀ ਅੱਗੇ ਵੱਧ ਚੁੱਕੀ ਹੈ, ਇਹਦਾ ਸਹਾਰਾ ਲੈਣਾ ਚਾਹੀਦਾ ਹੈ ਤੇ ਟਾਈਮ ਸਿਰ ਸਹਾਰਾ ਲੈਣਾ ਚਾਹੀਦਾ, ਤਾਂ ਕਿ ਅਸੀਂ ਕਿਸੇ ਭੈੜੇ ਨਤੀਜੇ ਤੋਂ ਬਚ ਸਕੀਏ। ਫਿਰ ਮਿਲਾਂਗੇ, ਗੱਲਬਾਤ ਇਸ ਤਰ੍ਹਾਂ ਦੀਆਂ ਕੰਟੀਨਿਊ ਆਪਾਂ ਕਰਦੇ ਰਹਾਂਗੇ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।